ਨੈਕਸਟ ਟੌਪਿਕ ਜਿਹੜਾ ਆਪਣਾ ਹੈਗਾ ਸੋਰਸ ਆਫ ਫਾਈਨਾਂਸ। ਬਿਜ਼ਨਸ ਨੂੰ ਆਪਣੀ ਐਕਟੀਵਿਟੀ ਚਲਾਉਣ ਲਈ ਫਾਈਨਾਂਸ ਦੀ ਤਾਂ ਲੋੜ ਤਾਂ ਹੁੰਦੀ ਹੀ ਹੈ। ਬਿਨਾਂ ਪੈਸੇ ਤੋਂ ਕੋਈ ਬਿਜ਼ਨਸ ਨਹੀਂ ਚੱਲ ਸਕਦਾ। ਬਿਜ਼ਨਸ ਜਿਹੜੇ ਪੈਸੇ ਦੀ ਲੋੜ ਹੈ, ਦੋ ਪ੍ਰਕਾਰ ਦੀ ਲੋੜ ਹੈ। ਇੱਕ ਤਾਂ ਫਿਕਸ ਕੈਪੀਟਲ ਰਿਕੁਆਇਰਮੈਂਟ, ਇੱਕ ਦੂਸਰਾ ਹੈਗਾ ਵਰਕਿੰਗ ਕੈਪੀਟਲ ਰਿਕੁਆਇਰਮੈਂਟ। ਫਿਕਸ ਕੈਪੀਟਲ ਜਿਹੜੀ ਸਾਨੂੰ ਬਿਜ਼ਨਸ ਚਾਹੀਦੀ ਹੈਗੀ, ਜਿੰਨੀਆਂ ਵੀ ਸਾਡੀਆਂ ਫਿਕਸ ਐਸੈਟਸ ਹੋ ਗਈਆਂ, ਲਾਈਕ ਫਰਨੀਚਰ ਹੋ ਗਿਆ, ਪਲਾਂਟ ਹੋ ਗਿਆ, ਮਸ਼ੀਨਰੀ ਹੋ ਗਿਆ, ਉਹਦੇ ਲਈ ਇਹ ਪੈਸਾ ਚਾਹੀਦਾ ਹੀ ਚਾਹੀਦਾ ਹੁੰਦਾ ਹੈ, ਜਿਸ ਤੋਂ ਬਿਨਾਂ ਬਿਜ਼ਨਸ ਕਦੇ ਵੀ ਵਰਕ ਨਹੀਂ ਕਰ ਸਕਦਾ। ਇੱਕ ਹੋ ਗਿਆ ਵਰਕਿੰਗ ਕੈਪੀਟਲ ਰਿਕੁਆਇਰਮੈਂਟ। ਵਰਕਿੰਗ ਕੈਪੀਟਲ ਰਿਕੁਆਇਰਮੈਂਟ ਹੋ ਗਈ ਵੀ ਜਿਹੜੀਆਂ ਸ਼ਾਰਟ ਟਰਮ ਸਾਡੀ ਬੋਰਿੰਗਸ ਨੇ, ਸਾਨੂੰ ਸ਼ਾਰਟ ਟਰਮ ਦੀ ਸਾਨੂੰ ਜਿੰਨਾ ਪੈਸਾ ਚਾਹੀਦਾ ਵਰਕਿੰਗ ਐਕਟੀਵਿਟੀ ਸਾਡੇ ਡੇ ਬੇਸ ਤੇ ਜਿਹੜੀਆਂ ਹੈਗੀਆਂ ਬਿਜ਼ਨਸ ਦੀਆਂ, ਉਹ ਕੰਪਲੀਟ ਕਰਨ ਲਈ। ਕਿਸੇ ਨੂੰ ਪੈਸਾ ਦੇਣਾ ਹੈ, ਕਿਸੇ ਤੋਂ ਲੈਣਾ ਹੈ, ਕੋਈ ਖਰਚੇ ਕਰਨੇ ਹੈ, ਕਿਸੇ ਤੋਂ ਇਨਕਮ ਰਿਸੀਵ ਕਰਨੀ ਹੈ, ਇਹ ਸਾਡੀ ਸਾਰੀ ਵਰਕਿੰਗ ਕੈਪੀਟਲ ਰਿਕੁਆਇਰਮੈਂਟ ਹੋਊਗੀ। ਫਿਰ ਤੁਹਾਡੇ ਕੋਲ ਆਉਂਦਾ ਸੋਰਸ ਆਫ ਫਾਈਨਾਂਸ ਦੀ ਕਲਾਸੀਫਿਕੇਸ਼ਨ। ਵੈਸੇ ਮੋਸਟਲੀ ਅਸੀਂ ਜਿਹੜੀ ਕਲਾਸੀਫਿਕੇਸ਼ਨ ਹੈ ਦੋ ਤਰੀਕ ਸਿੰਗਲ ਬੇਸ ਦੀ ਬੜੀ ਹੋਈ ਟਾਈਮ ਪੀਰੀਅਡ ਦੇ ਅਕੋਰਡਿੰਗ, ਲੌਂਗ ਟਰਮ, ਸ਼ਾਰਟ ਟਰਮ ਜਾਂ ਫਿਰ ਮੀਡੀਅਮ ਟਰਮ। ਲੌਂਗ ਟਰਮ ਫਾਈਨਾਂਸ ਤਾਂ ਫੰਡ ਜਾਂ ਉਹ ਹੋਣਗੇ ਜਿਹੜੇ ਤੁਹਾਨੂੰ ਮੋਰ ਦੈਨ 5 ਇਅਰਸ ਬਿਜ਼ਨਸ ਚਾਹੀਦੇ ਹੁੰਦੇ ਆ। ਸ਼ਾਰਟ ਟਰਮ ਹੋਣਗੇ ਜਿਹੜੇ ਲੈਸ ਦੈਨ 1 ਇਅਰਸ ਹੋਣਗੇ। ਮੀਡੀਅਮ ਟਰਮ ਫਾਈਨਾਂਸ ਉਹ ਹੋਣਗੇ ਜਿਹੜੇ ਬਿਟਵੀਨ 1 to 5 ਇਅਰਸ, ਮੀਨਸ 1 ਸਾਲ ਤੋਂ ਜ਼ਿਆਦਾ 5 ਸਾਲ ਤੋਂ ਘੱਟ ਟਾਈਮ ਲਈ ਜਿਹੜੇ ਸਾਡੇ ਕੋਲ ਫਾਈਨਾਂਸ ਹੁੰਦੇ ਨੇ, ਉਹ ਮੀਡੀਅਮ ਟਰਮ ਫਾਈਨਾਂਸ ਅਸੀਂ ਜਾਂ ਫਿਰ ਫੰਡ ਉਹਨਾਂ ਨੂੰ ਕਹਿ ਲੈਂਦੇ ਆ। ਉਸ ਤੋਂ ਇਲਾਵਾ ਕਲਾਸੀਫਿਕੇਸ਼ਨ ਸਾਡੀ ਔਨ ਦੀ ਬੇਸਿਸ ਆਫ ਓਨਰਸ਼ਿਪ ਵੀ ਹੁੰਦੀ ਹੈ। ਸਾਡੇ ਓਨਰਸ ਫੰਡ ਐਂਡ ਬੋਰਡ ਫੰਡ, ਜਿਹੜੀ ਕੰਪਨੀ ਦੇ ਮਾਲਿਕ ਜਾਂ ਫਿਰ ਜੋ ਕੰਪਨੀ ਜਿਨ੍ਹਾਂ ਨੇ ਕੰਪਨੀ ਸਟਾਰਟ ਕੀਤੀ ਹੋਊਗੀ, ਉਹਨਾਂ ਦੇ ਜਿਹੜੇ ਫੰਡ ਹੋਣਗੇ ਉਹ ਅਸੀਂ ਓਨਰਸ ਫੰਡ ਕਹਿੰਦੇ ਹੈਗੇ ਆ। ਪਲੱਸ ਦੂਸਰੇ ਜੋ ਅਸੀਂ ਬਾਹਰੋਂ ਕਿਸੇ ਕੰਪਨੀ ਜਾਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਜਾਂ ਕਿਸੇ ਬੈਂਕ ਤੋਂ ਜਾਂ ਕਿਸੇ ਪਰਸਨ ਬ੍ਰੋਕਰ ਵਗੈਰਾ ਅੰਡਰਰਾਈਟਰ ਦੇ ਥਰੂ ਪੈਸਾ ਅਸੀਂ ਲੈਣੇ ਹੈਗੇ ਆ, ਉਹ ਸਾਡਾ ਸਾਰਾ ਬੋਰਡ ਫੰਡ ਹੁੰਦਾ ਹੈਗਾ। ਫਿਰ ਹੈਗਾ ਔਨ ਦੀ ਬੇਸਿਸ ਆਫ ਜਨਰੇਸ਼ਨ। ਜਿਹੜਾ ਪੈਸਾ ਤੁਹਾਡੇ ਕੋਲ ਜਨਰੇਟ ਹੁੰਦਾ ਹੈਗਾ ਕਿੱਥੋਂ ਹੁੰਦਾ ਹੈ, ਇੰਟਰਨਲ ਸੋਰਸ ਜਾਂ ਫਿਰ ਐਕਸਟਰਨਲ ਸੋਰਸ। ਇੰਟਰਨਲ ਸੋਰਸ ਹੋ ਗਏ ਵਿਦਿਨ ਕੰਪਨੀ ਦੇ ਸ਼ੇਅਰ ਹੋਲਡਰਸ, ਉਹ ਪੈਸਾ ਲੈ ਕੇ ਆ ਗਏ ਤਾਂ ਇੰਟਰਨਲ ਸੋਰਸ ਆਫ ਹੋ ਗਿਆ। ਐਕਸਟਰਨਲ ਸੋਰਸ ਹੋ ਗਏ ਜਦੋਂ ਅਸੀਂ ਬਾਹਰੋਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਫਿਰ ਇਨਵੈਸਟਰ ਤੋਂ ਪੈਸਾ ਲੈਣੇ ਹੈਗੇ ਆ, ਉਹ ਸਾਡਾ ਐਕਸਟਰਨਲ ਸੋਰਸ ਹੋ ਜਾਂਦਾ ਹੈ। ਇਹ ਹੈਗੀ ਤੁਹਾਡੀ ਕਲਾਸੀਫਿਕੇਸ਼ਨ 3 ਤਰੀਕੇ ਨਾਲ। ਵੈਸੇ ਮੋਸਟਲੀ ਅਸੀਂ ਟਾਈਮ ਪੀਰੀਅਡ ਨਾਲ ਅਕੋਰਡਿੰਗ ਪੜ੍ਹੀ ਹੈ, ਅਸੀਂ ਹੁਣ ਜਦੋਂ ਲਿਖਾਂਗੇ ਤਾਂ 3 ਤਰੀਕੇ ਨਾਲ ਕਲਾਸੀਫਿਕੇਸ਼ਨ ਲਿਖ ਸਕਦੇ ਹਾਂ। ਔਨ ਦੀ ਬੇਸਿਸ ਆਫ ਟਾਈਮ, ਔਨ ਦੀ ਬੇਸਿਸ ਆਫ ਓਨਰਸ਼ਿਪ ਐਂਡ ਔਨ ਦੀ ਬੇਸਿਸ ਆਫ ਸੋਰਸ ਆਫ ਜਨਰੇਸ਼ਨ। ਫਿਰ ਗੱਲ ਕਰਦੇ ਹਾਂ ਲੌਂਗ ਟਰਮ ਸੋਰਸ ਆਫ ਫਾਈਨਾਂਸ। ਬਿਜ਼ਨਸ ਦੇ ਜਿਹੜਾ ਲੌਂਗ ਟਰਮ ਫਾਈਨਾਂਸ ਹੈ, ਕਿਉਂਕਿ ਤੁਹਾਨੂੰ ਅਗਰ ਲੌਂਗ ਕੁਐਸਚਨ 10 ਨੰਬਰ ਦਾ ਆਊਗਾ ਤਾਂ ਤੁਹਾਨੂੰ ਡਿਫਾਈਨ ਕਰਨੇ ਪੈਣੇ ਆ ਵੀ ਕਿਹੜੇ ਕਿਹੜੇ ਹੋ ਸਕਦੇ ਆ। ਲੌਂਗ ਟਰਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ ਰਿਟੇਨ ਅਰਨਿੰਗਸ। ਰਿਟੇਨ ਅਰਨਿੰਗਸ ਕੰਪਨੀ ਜਿੰਨੇ ਵੀ ਆਪਣੇ ਪ੍ਰੋਫਿਟ ਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਰਿਜ਼ਰਵ ਦੇ ਵਿੱਚ ਕ੍ਰੀਏਟ ਕਰਦੇ ਨੇ ਫॉर ਦੀ ਸਪੈਸ਼ਲ ਡਿਵੀਡੈਂਡ ਦੇ ਲਈ ਜਾਂ ਕਿਸੇ ਚੀਜ਼ ਲਈ ਵੀ ਪੈਸਾ ਆਪਣੇ ਕੋਲ ਰਿਟੇਨ ਰੱਖਦੇ ਨੇ, ਤਾਂ ਕਿ ਫਿਊਚਰ ਦੇ ਵਿੱਚ ਸਾਨੂੰ ਜਦੋਂ ਪੈਸੇ ਦੀ ਲੋੜ ਹੋਵੇ ਤਾਂ ਸਾਨੂੰ ਕਿਸੇ ਕੋਲ ਜਾਣ ਦੀ ਲੋੜ ਨਾ ਪਵੇ, ਸਾਡੇ ਕੋਲ ਆਪਣਾ ਪੈਸਾ ਪਹਿਲਾਂ ਤੋਂ ਹੀ ਜਨਰੇਟ ਹੋਵੇ। ਉਹਨਾਂ ਨੂੰ ਅਸੀਂ ਕਹਿੰਦੇ ਹੈਗੇ ਰਿਟੇਨ ਅਰਨਿੰਗ। ਪ੍ਰੋਫਿਟ ਦਾ ਹੀ ਪਾਰਟ ਹੁੰਦੀਆਂ ਨੇ, ਕੰਪਨੀ ਹਰ ਸਾਲ ਕੁਝ ਨਾ ਕੁਝ ਰਿਟੇਨ ਕਰਦੇ ਚਲੇ ਜਾਂਦੇ ਨੇ। ਫਿਰ ਹੈਗੇ ਉਸ ਤੋਂ ਬਾਅਦ ਆਰਡੀਨਰੀ ਸ਼ੇਅਰ। ਆਰਡੀਨਰੀ ਸ਼ੇਅਰ ਕੰਪਨੀ ਦੇ ਇਕੁਇਟੀ ਸ਼ੇਅਰ ਹੋਲਡਰ ਹੀ ਹੁੰਦੇ ਨੇ, ਮੀਨਸ ਕੰਪਨੀ ਦੇ ਵਿੱਚ ਅਗਰ ਕਿਸੇ ਵੀ ਪਰਸਨ ਨੇ ਆਰਡੀਨਰੀ ਸ਼ੇਅਰ 'ਚ ਪੈਸਾ ਲਗਾਇਆ ਹੋਇਆ, ਇਕੁਇਟੀ ਸ਼ੇਅਰ 'ਚ ਪੈਸਾ ਲਗਾਇਆ ਹੋਇਆ, ਉਹ ਕੰਪਨੀ ਦੀ ਮੋਸਟਲੀ ਲਾਈਫ ਟਾਈਮ ਲਈ ਹੀ ਹੁੰਦਾ। ਜਦ ਤੱਕ ਪਰਸਨ ਖੁਦ ਬੈਠਾ ਜਾਂ ਫਿਰ ਜਦ ਤੱਕ ਕੰਪਨੀ ਚੱਲ ਰਹੀ ਹੈ, ਉਦੋਂ ਤੱਕ ਉਹ ਪੈਸਾ ਕੰਪਨੀ ਦੇ ਵਿੱਚ ਜੁੜਿਆ ਰਹਿੰਦਾ, ਪੈਸਾ ਕਿਤੇ ਵੀ ਨਹੀਂ ਜਾਂਦਾ ਹੈਗਾ, ਤਾਂ ਲੌਂਗ ਟਰਮ ਫਾਈਨਾਂਸ ਹੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਪ੍ਰੈਫਰੈਂਸ ਸ਼ੇਅਰਸ। ਪ੍ਰੈਫਰੈਂਸ ਸ਼ੇਅਰ ਜਦੋਂ ਵੀ ਕੰਪਨੀ 'ਚ ਇਸ਼ੂ ਹੋਣਗੇ, ਨੀਅਰ ਅਬਾਊਟ 10 ਤੋਂ 12 ਸਾਲ ਲਈ ਇਸ਼ੂ ਹੁੰਦੇ ਨੇ, ਤਾਂ ਕੰਪਨੀ ਕੋਲ ਪੈਸਾ ਲੌਂਗ ਟਾਈਮ ਲਈ ਆਲਵੇਸ ਅਵੇਲੇਬਲ ਇਹ ਵੀ ਹੁੰਦਾ ਹੈ। ਫਿਰ ਹੈ ਡਿਬੈਂਚਰਸ। ਡਿਬੈਂਚਰ ਵੀ ਜਦੋਂ ਕੰਪਨੀ ਇਸ਼ੂ ਕਰੂਗੀ ਔਰ ਪੈਸਾ ਇਕੱਠਾ ਕਰਵਾਉਗੀ ਤਾਂ 5 ਸਾਲ ਜਾਂ 5 ਸਾਲ ਤੋਂ ਜ਼ਿਆਦਾ ਟਾਈਮ ਪੀਰੀਅਡ ਲਈ ਹੀ ਹੁੰਦਾ ਹੈਗਾ, ਤਾਂ ਡਿਬੈਂਚਰ ਹੋਲਡਰਸ ਵੀ ਕੰਪਨੀ ਦੇ ਵਿੱਚ ਲੌਂਗ ਟਰਮ ਸੋਰਸ ਦੇ ਵਿੱਚ ਆ ਜਾਂਦੇ ਆ। ਫਿਰ ਹੈਗਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਕੋਈ ਵੀ ਬੈਂਕ ਹੋ ਗਿਆ, ਕੋਈ ਵੀ ਸਰਕਾਰੀ ਸੰਸਥਾ ਜੋ ਸਪੈਸ਼ਲ ਫॉर ਇੰਡਸਟਰੀਜ਼ ਆਈ ਹੈ ਜਾਂ ਕੰਪਨੀ 'ਚ ਪੈਸਾ ਲਗਾਉਣ ਲਈ ਸਿਰਫ ਮਾਰਕੀਟ ਦੇ ਬੇਸ ਤੇ ਹੀ ਆਈ ਹੈ, ਔਰ ਇਹ ਜਦੋਂ ਵੀ ਪੈਸਾ ਪ੍ਰੋਵਾਈਡ ਕਰਦੇ ਨੇ ਸਿਕਿਉਰਿਟੀ ਬੇਸ ਤੇ ਹੀ ਪੈਸਾ ਪ੍ਰੋਵਾਈਡ ਕਰਦੇ ਨੇ, ਇਹ ਵੀ ਲੌਂਗ ਟਰਮ ਸੋਰਸ ਹੁੰਦਾ ਹੈ। ਹਮੇਸ਼ਾ ਵੈਸੇ ਲੋਨ ਜਦੋਂ ਹੋਣਗੇ ਮੋਰ ਦੈਨ 10 ਇਅਰਸ ਲਈ ਹੀ ਹੁੰਦੇ ਹੈਗੇ। ਫਿਰ ਸਾਡੇ ਕੋਲ ਹੈਗਾ ਸ਼ਾਰਟ ਟਰਮ ਸੋਰਸ ਆਫ ਫਾਈਨਾਂਸ। ਸ਼ਾਰਟ ਟਰਮ ਸੋਰਸ ਦੇ ਵਿੱਚ ਕਿਉਂਕਿ ਜਿਹੜਾ ਪੈਸਾ ਸਾਨੂੰ ਘੱਟ 1 ਸਾਲ ਤੋਂ ਘੱਟ ਟਾਈਮ ਲਈ ਚਾਹੀਦਾ ਹੋਊਗਾ, ਪੈਸਾ ਕਿਹੜਾ ਹੋਊਗਾ, ਸਭ ਤੋਂ ਪਹਿਲਾਂ ਹੈਗਾ ਟ੍ਰੇਡ ਕ੍ਰੈਡਿਟ। ਅਗਰ ਵਪਾਰ ਦੇ ਵਿੱਚ ਸਾਨੂੰ ਉਧਾਰ ਤੇ ਪੈਸਾ ਮਿਲ ਜਾਂਦਾ, ਮੈਂ ਤਾਂ ਅਸੀਂ ਰॉ ਮਟੀਰੀਅਲ ਖਰੀਦ ਰਹੇ ਹਾਂ, ਕਿਸੇ ਵੀ ਕ੍ਰੈਡੀਟਰ ਤੋਂ ਸਮਾਨ ਲੈ ਰਹੇ ਹਾਂ, ਇਹ ਸਾਡਾ ਟ੍ਰੇਡ ਕ੍ਰੈਡਿਟ ਹੀ ਹੁੰਦਾ। ਤੁਸੀਂ ਉਧਾਰ ਤੇ ਸਮਾਨ ਖਰੀਦਿਆ, ਅਗਲੇ ਦਾ ਪੈਸਾ ਯੂਜ਼ ਕਰਿਆ, ਸਮਾਨ ਬਣਾਇਆ, ਵੇਚਤਾ ਔਰ ਬਾਅਦ ਚ ਉਹਨੂੰ ਪੈਸੇ ਦੇਤੇ 5 ਦਿਨ ਲਈ, 10 ਦਿਨ ਲਈ, 15 ਦਿਨ ਲਈ, ਹੋ ਸਕਦਾ ਹੈ ਕਿ 1 ਮਹੀਨੇ ਲਈ ਵੀ ਤੁਹਾਨੂੰ ਉਧਾਰ ਮਿਲ ਜਾਂਦਾ ਹੋਵੇ, ਤਾਂ ਇਹ ਸ਼ਾਰਟ ਟਰਮ ਸ਼ਾਰਟ ਆਫ ਫਾਈਨਾਂਸ ਹੀ ਹੁੰਦਾ ਹੈਗਾ। ਦੂਸਰਾ ਟ੍ਰੇਡ ਕ੍ਰੈਡਿਟ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤੁਸੀਂ ਮੰਨ ਲਓ ਐਡਵਾਂਸ ਫਰਮ ਕਸਟਮਰ ਵੀ ਕਹਿ ਸਕਦੇ ਹੋ। ਕਈ ਵਾਰ ਅਸੀਂ ਕਸਟਮਰ ਤੋਂ ਐਡਵਾਂਸ ਪੈਸੇ ਲੈ ਕੇ ਵੀ ਬਾਅਦ ਚ ਡਿਲੀਵਰੀ ਕਰਦੇ ਹਾਂ ਗੁੱਡਸ ਦੀ, ਤਾਂ ਉਹ ਵੀ ਕੰਪਨੀ ਦਾ ਇੱਕ ਸ਼ਾਰਟ ਟਰਮ ਫਾਈਨਾਂਸ ਹੀ ਹੁੰਦਾ ਹੈ। ਅੱਜ ਪੈਸੇ ਲੈ ਲਏ, ਉਹਨੂੰ ਕਹਿੰਦੇ ਵੀ ਸਾਡੀ 14 ਡੇਜ਼ ਦੀ ਡਿਲੀਵਰੀ, 14 ਦਿਨ ਚ ਤੁਹਾਨੂੰ ਸਮਾਨ ਪਹੁੰਚ ਜਾਏਗਾ, ਤਾਂ ਉਹ ਵੀ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਪਹਿਲਾਂ ਪੈਸਾ ਯੂਜ਼ ਕਰ ਰਹੇ ਹੋ, ਔਰ ਇਹ ਵੀ ਤੁਹਾਨੂੰ ਸ਼ਾਰਟ ਟਰਮ ਫਾਈਨਾਂਸ ਦੇ ਵਿੱਚ ਲੈ ਸਕਦੇ ਹੋ। ਉਸ ਤੋਂ ਬਾਅਦ ਹੈਗਾ ਫੈਕਟਰਿੰਗ। ਫੈਕਟਰਿੰਗ ਵੀ ਤੁਹਾਡੀ ਇੱਕ ਸ਼ਾਰਟ ਟਰਮ ਫਾਈਨਾਂਸ ਹੈ। ਫੈਕਟਰਿੰਗ ਵੈਸੇ ਤਾਂ ਮੋਸਟਲੀ ਹੁੰਦੀ ਜਦੋਂ ਕੰਪਨੀ ਉਧਾਰ ਤੇ ਸੇਲ ਕਰਦੀ ਹੈ ਔਰ ਪੈਸੇ ਇਕੱਠੇ ਖੁਦ ਨਹੀਂ ਇਕੱਠੇ ਕਰਦੀ ਹੈਗੀ, ਕਿਸੇ ਪਰਸਨ ਨੂੰ ਹਾਇਰ ਕਰਦੀ ਹੈ, ਤੇ ਇਹ ਵੀ ਇੱਕ ਸ਼ਾਰਟ ਟਰਮ ਫਾਈਨਾਂਸ ਅਸੀਂ ਕਹਿ ਸਕਦੇ ਹਾਂ। ਕੰਪਨੀ ਆਪਣਾ ਪੈਸਾ ਲਗਾ ਕੇ ਮਾਰਕੀਟ 'ਚ ਬੈਠੀ ਹੋਈ ਹੈ, ਖੁਦ ਪੈਸੇ ਇਕੱਠੇ ਕਰਨ 'ਚ ਪ੍ਰੋਬਲਮ ਹੈ, ਤਾਂ ਇੱਕ ਪਰਸਨ ਨੂੰ ਹਾਇਰ ਕਰ ਲੈਣਗੇ ਜਿਹਨੂੰ ਫੈਕਟਰ ਕਹਿੰਦੇ ਨੇ, ਪੈਸੇ ਇਕੱਠੇ ਕਰਕੇ ਕੰਪਨੀ ਨੂੰ ਦਿੰਦਾ ਚੱਲ ਜਾਂਦਾ ਹੈ।
ਤੇ ਇਹ ਵੀ ਪ੍ਰੋਸੈਸ ਕੰਪਨੀ ਦੀ ਸ਼ਾਰਟ ਟਰਮ ਫਾਈਨਾਂਸ ਦੇ ਵਿੱਚ ਆ ਸਕਦੀ ਹੈ। ਫਿਰ ਹੈ ਲੋਨ ਫਰਮ ਬੈਂਕਸ, ਜਦੋਂ ਤੁਹਾਨੂੰ ਬੈਂਕ ਵਿਦਆਊਟ ਸਿਕਿਉਰਿਟੀ ਕੋਈ ਲੋਨ ਮਿਲ ਜਾਵੇ ਓਨਲੀ ਫॉर 1 ਈਅਰ ਜਾਂ ਫਿਰ ਲੈਸ ਦੈਨ 1 ਈਅਰ, ਤਾਂ ਇਹ ਵੀ ਸਾਨੂੰ ਅਸੀਂ ਕਹਿ ਸਕਦੇ ਹਾਂ ਸ਼ਾਰਟ ਟਰਮ ਫਾਈਨਾਂਸ। ਜਿਵੇਂ ਇਹਦੇ ਵਿੱਚ ਅਸੀਂ ਕਹੀਏ ਕਿ ਤੁਹਾਨੂੰ ਕ੍ਰੈਡਿਟ ਕਾਰਡ ਫੈਸਿਲਿਟੀਜ਼ ਮਿਲ ਰਹੀ ਹੈ, ਓਡੀ ਫੈਸਿਲਿਟੀ ਜਿਵੇਂ ਕਿ ਓਵਰਡਰਾਫਟ ਫੈਸਿਲਿਟੀਜ਼ ਹੈ, ਜਾਂ ਫਿਰ ਸੀਸੀ ਲਿਮਿਟ, ਕੈਸ਼ ਕ੍ਰੈਡਿਟ ਲਿਮਿਟ ਹੈ ਬੈਂਕ ਦੇ ਵਿੱਚੋਂ, ਇਹ ਸਾਰੀਆਂ ਤੁਹਾਨੂੰ ਅਗਰ ਬਿਜ਼ਨਸ ਮਿਲਦੀਆਂ ਤਾਂ ਇਹ ਸ਼ਾਰਟ ਟਰਮ ਫਾਈਨਾਂਸ ਦੇ ਕੰਮ ਕਰਦੀਆਂ ਨੇ। ਉਸ ਤੋਂ ਬਾਅਦ ਹੈਗਾ ਸੀਪੀ ਨੋਟ, ਜਿਹਨੂੰ ਅਸੀਂ ਕਮਰਸ਼ੀਅਲ ਪੇਪਰ ਵੀ ਕਹਿੰਦੇ ਹੈਗੇ। ਸੀਪੀ ਨੋਟ ਕਮਰਸ਼ੀਅਲ ਪੇਪਰ, ਜਦੋਂ ਕੋਈ ਬਿਜ਼ਨਸ ਦੇ ਵਿੱਚ ਤੁਸੀਂ ਕਿਸੇ ਨੂੰ ਕੋਈ ਸੀਪੀ ਨੋਟ ਇਸ਼ੂ ਕਰਦੇ ਹੋ, ਵੈਸੇ ਤਾਂ ਬੈਂਕ ਤੋਂ ਪਰਮਿਸ਼ਨ ਹੋਣੀ ਚਾਹੀਦੀਆਂ ਤਾਂ ਉਹ ਇਸ਼ੂ ਹੋ ਸਕਦੇ ਨੇ। ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ 90 ਡੇਜ਼ ਦਾ ਹੁੰਦਾ ਹੈ। 90 ਦਿਨ ਲਈ ਕਿਸੇ ਨੂੰ ਤੁਸੀਂ ਕਮਰਸ਼ੀਅਲ ਪੇਪਰ ਇਸ਼ੂ ਕਰ ਸਕਦੇ ਹੋ, ਉਹ ਵੀ ਤਾਂ ਅਗਰ ਤੁਹਾਨੂੰ ਪਰਮਿਸ਼ਨ ਆਰਬੀਆਈ ਦੇ ਥਰੂ ਗਾਈਡਲਾਈਨਸ ਦੇ ਅਕੋਰਡਿੰਗ ਮਿਲੀ ਹੋਈ ਹੈ ਤਾਂ, ਅਦਰਵਾਈਜ਼ ਨਹੀਂ। ਇਹ ਵੀ ਸ਼ਾਰਟ ਟਰਮ ਫਾਈਨਾਂਸ ਹੋਊਗਾ, ਤੁਸੀਂ ਪੈਸੇ ਕਿਸੇ ਨੂੰ ਲੈਣੇ ਨੇ ਤਾਂ 90 ਦਿਨ ਲਈ ਤੁਸੀਂ ਉਧਾਰ ਤੇ ਕਿਸੇ ਤੋਂ ਵੀ ਯੂਜ਼ ਕਰ ਸਕਦੇ ਹੋ। ਫਿਰ ਹੈਗੀ ਇੰਟਰਨੈਸ਼ਨਲ ਫਾਈਨਾਂਸਿੰਗ। ਇਸ ਤੋਂ ਇਲਾਵਾ ਅਗਰ ਅਸੀਂ ਬਾਹਰਲਾ ਪੈਸਾ ਵੀ ਆਪਣੀ ਕੰਪਨੀ ਦੇ ਯੂਜ਼ ਕਰੀਏ ਤਾਂ ਇਹ ਵੀ ਯੂਜ਼ ਹੋ ਸਕਦਾ। ਡਿਫਰੈਂਟ ਨੇ। ਸਭ ਤੋਂ ਪਹਿਲਾਂ ਆਉਂਦਾ GDR ਦਾ ਮਤਲਬ ਹੋ ਗਿਆ ਕਿ ਗਲੋਬਲ ਡਿਪੋਜ਼ਿਟ ਰਿਸਿਪਟ। ਮੋਸਟਲੀ ਇਹ US ਕੰਟਰੀ ਦੇ ਵਿੱਚ ਚੱਲਦੀਆਂ ਹੈਗੀਆਂ, ਆਪਣੇ ਇੰਡੀਅਨ ਦੇ ਵਿੱਚ ਤਾਂ ਹੈ ਨਹੀਂ ਗੀਆਂ। ਇਹ ਵੀ ਇਕਨੋਮੀ ਦੇ ਵਿੱਚ ਪੈਸਾ ਚੱਲਦਾ ਹੈਗਾ ਅਗਰ ਤੁਸੀਂ ਕੰਪਨੀ GDR ਯੂਜ਼ ਕਰਨ ਮੀਨਸ US ਇਕਨੋਮੀ ਦੇ ਵਿੱਚ ਜ਼ਿਆਦਾ ਚੱਲ ਰਹੀ। ਫਿਰ ਹੈਗਾ ਅਮਰੀਕਨ ਡਿਪੋਜ਼ਿਟ ਰਿਸਿਪਟਸ। ਅਮਰੀਕਨ ਡਿਪੋਜ਼ਿਟ ਰਿਸਿਪਟਸ ਵੀ US ਇਕਨੋਮੀ ਦੇ ਵਿੱਚ ਹੀ ਹੈਗੀਆਂ ਨੇ। ਅਗਰ ਕੁਝ ਕੰਪਨੀਜ਼ ਅਮਰੀਕਨ ਡਿਪੋਜ਼ਿਟ ਰਿਸਿਪਟ ਦੇ ਉੱਪਰ ਕੰਮ ਕਰ ਰਹੇ ਨੇ, ਉਹ ਵੀ ਗਵਰਨਮੈਂਟ ਦੀ ਪਰਮਿਸ਼ਨਸ ਹੁੰਦੀਆਂ ਤਾਂ ਇਹ ਕੰਮ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੈਗਾ ਇੰਡੀਅਨ ਡਿਪੋਜ਼ਿਟ ਰਿਸਿਪਟਸ। ਇੰਡੀਅਨ ਡਿਪੋਜ਼ਿਟ ਰਿਸਿਪਟਸ ਵੀ ਇੰਡੀਆ ਦੇ ਵਿੱਚ ਅਗਰ ਕਿਸੇ ਕੰਪਨੀ ਨੂੰ ਪਰਮਿਸ਼ਨਸ ਹੈਗੀਆਂ ਕਿ ਤੁਸੀਂ ਹਾਂ ਲੋਕਾਂ ਦਾ ਪੈਸਾ ਆਪਣੀ ਕੰਪਨੀ ਦੀ ਇਨਵੈਸਟਮੈਂਟ ਕਰਵਾ ਕੇ ਔਰ ਬਾਅਦ ਚ ਉਹਨਾਂ ਨੂੰ ਜ਼ਮਾਨ ਡਿਲੀਵਰੀ ਕਰ ਸਕਦੇ ਹੋ, ਜਾਂ ਉਹਨਾਂ ਦਾ ਪੈਸਾ ਰੱਖ ਕੇ ਬਾਅਦ ਚ ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਦੇ ਸਕਦੇ ਹੋ, ਤੇ ਇਹ ਕੰਮ ਵੀ ਹੋ ਸਕਦਾ ਇਕਨੋਮੀ ਦੇ ਵਿੱਚ। ਇਹ ਵੀ ਸ਼ਾਰਟ ਟਰਮ ਫਾਈਨਾਂਸ ਦਾ ਹੀ ਹੁੰਦਾ ਹੈ, ਲੇਕਿਨ ਇਹ ਕੰਮ ਸਾਰਾ ਵਿਦਆਊਟ ਸਿਕਿਉਰਿਟੀ ਹੁੰਦਾ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਹੈਗੀ। ਫੋਰਨ ਕਰੰਸੀ ਕਨਵਰਟੇਬਲ ਬੌਂਡਸ, ਅਗਰ ਕੋਈ ਤੁਸੀਂ ਫੋਰਨ ਕਰੰਸੀ ਦੇ ਬੌਂਡਸ ਵਗੈਰਾ ਯੂਜ਼ ਕਰ ਲਓ, ਮੀਨਸ ਪੈਸਾ ਲਾ ਕੇ ਤੁਸੀਂ ਕਹੋ ਵੀ ਅਸੀਂ ਫੋਰਨ ਕਰੰਸੀ ਦੇ ਤੁਹਾਨੂੰ ਬੌਂਡਸ ਦੇ ਦਾਂਗੇ, ਜਾਂ ਫਿਰ ਮਾਰ ਲਿਓ ਮਾਰਕੀਟ ਤੁਸੀਂ ਪੈਸਾ ਲਗਾਉਣਾ ਚਾਹੁੰਦੇ ਹੋ, ਇਹ ਸਾਰਾ ਕੰਮ ਵੀ ਤੁਸੀਂ ਸ਼ਾਰਟ ਟਰਮ ਫਾਈਨਾਂਸ ਦੇ ਵਿੱਚ ਯੂਜ਼ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਤੁਹਾਡਾ ਇੱਕ ਮੇਨ ਕੁਐਸਚਨ ਆਉਂਦਾ ਹੈ ਫੈਕਟਰ ਅਫੈਕਟਿੰਗ ਦੀ ਚੋਇਸ ਆਫ ਦੀ ਸੋਰਸ ਆਫ ਫੰਡ। ਜਿਹੜੇ ਬਿਜ਼ਨਸ ਦੇ ਤੁਹਾਡੇ ਕੋਲ ਸ਼ਾਰਟ ਟਰਮ ਸੋਰਸ ਨੇ ਜਾਂ ਫਿਰ ਲੌਂਗ ਟਰਮ ਸੋਰਸ ਨੇ, ਇਹਨਾਂ ਨੂੰ ਕਿਹੜੇ ਫੈਕਟਰ ਜਿਹੜੇ ਆ ਅਫੈਕਟ ਕਰਦੇ ਆ। ਇੱਕ ਇਹਦੀ ਚੀਜ਼ ਵੀ ਸੀ ਉਹ ਮੀਡੀਅਮ ਟਰਮ ਸਾਡੇ ਕੋਲ ਸੋਰਸ ਨਹੀਂ ਦਿਖਾਏ ਹੈਗੇ, ਮੀਡੀਅਮ ਟਰਮ ਸੋਰਸ ਕਿਹੜੇ ਹੋਣਗੇ। ਮੀਡੀਅਮ ਟਰਮ ਦੇ ਤੁਸੀਂ ਪ੍ਰੈਫਰੈਂਸ ਸ਼ੇਅਰਸ, ਇਕੁਇਟੀ ਸ਼ੇਅਰਸ, ਡਿਬੈਂਚਰਸ, ਲੋਨ ਫਰਮ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਹ ਵੀ ਲੈ ਸਕਦੇ ਹੋ, ਕਿਉਂਕਿ ਸੇਮ ਲੌਂਗ ਟਰਮ ਔਰ ਲੌਂਗ ਟਰਮ ਵਾਲੇ ਮੀਡੀਅਮ ਟਰਮ ਦੇ ਵਿੱਚ ਵੀ ਰਹਿੰਦੇ ਹੈਗੇ ਨੇ। ਫੈਕਟਰ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈਗਾ ਕੋਸਟ। ਅਸੀਂ ਜਿਸ ਪ੍ਰਕਾਰ ਦਾ ਫੰਡ ਯੂਜ਼ ਕਰਾਂਗੇ ਸਾਨੂੰ ਉਹਦੀ ਕੋਸਟ ਮੈਟਰ ਕਰਦੀ ਹੈ। ਅਗਰ ਕਿਸੇ ਵੀ ਫੰਡ ਦੀ ਕੋਸਟ ਬਹੁਤ ਜ਼ਿਆਦਾ ਹੈਗੀ ਹੈ ਤਾਂ ਅਸੀਂ ਉਹ ਫੰਡ ਯੂਜ਼ ਹੀ ਨਹੀਂ ਕਰ ਸਕਦੇ ਬਿਜ਼ਨਸ, ਕਿਉਂਕਿ ਕਈ ਵਾਰ ਸਾਡੇ ਉੱਪਰ ਬਰਡਨ ਹੋ ਜਾਂਦਾ। ਜਿਵੇਂ ਐਗਜ਼ਾਮਪਲ ਕਹੀਏ ਪ੍ਰੈਫਰੈਂਸ ਸ਼ੇਅਰ ਹੋਲਡਰਸ, ਇਹਨਾਂ ਦੀ ਕੋਸਟ ਕੰਪਨੀ ਦੇ ਉੱਪਰ ਇੱਕ ਤਰ੍ਹਾਂ ਦੀ ਬਰਡਨ ਦਾ ਕੰਮ ਕਰਦੀ ਹੈ। ਪੈਸਾ ਹੋਊਗਾ ਜਾਂ ਨਾ ਹੋਵੇ ਕੰਪਨੀ ਨੂੰ ਇਹਨਾਂ ਨੂੰ ਪੈਸਾ ਦੇਣਾ ਹੀ ਪੈਂਦਾ ਹੈਗਾ। ਕਈ ਵਾਰ ਤਾਂ ਇਹ ਇੰਟਰਸਟ ਵੱਧ ਵੀ ਜ਼ਿਆਦਾ ਭਾਲਦੇ ਹੈਗੇ, ਮੀਨਸ ਹੁਣ ਕੰਪਨੀ ਪ੍ਰੋਫਿਟ ਜ਼ਿਆਦਾ ਕਮਾ ਰਹੀ ਹੈ ਤਾਂ ਇਹ ਕੰਪਨੀ ਦੇ ਵਿੱਚ ਕੋਸਟ ਮੈਟਰ ਜ਼ਰੂਰ ਕਰਦੀ ਹੈ। ਪੇਜ ਨੰਬਰ 19। ਦੂਸਰਾ ਹੈਗਾ ਸਟਰੈਂਥ ਐਂਡ ਸਟੇਬਿਲਿਟੀ। ਜਿਹੜਾ ਪੈਸਾ ਤੁਸੀਂ ਇਕਨੋਮੀ ਦੇ ਵਿੱਚ ਆਪਣੀ ਕੰਪਨੀ ਦੇ ਵਿੱਚ ਜਾਂ ਫਿਰ ਬਿਜ਼ਨਸ ਲੈ ਕੇ ਆਉਂਗੇ, ਉਹਦੀ ਸਟਰੈਂਥ ਕਿੰਨੀ ਹੈ ਪਲੱਸ ਉਹਦੀ ਸਟੇਬਿਲਿਟੀ, ਕਿੰਨੇ ਟਾਈਮ ਲਈ ਤੁਸੀਂ ਕਿਸੇ ਪੈਸੇ ਨੂੰ ਰੱਖ ਸਕਦੇ ਹੋ। ਹੁਣ ਇਕੁਇਟੀ ਸ਼ੇਅਰ ਹੋਲਡਰਸ ਨੇ ਲੌਂਗ ਟਾਈਮ ਲਈ ਬਿਜ਼ਨਸ ਦੇ ਵਿੱਚ, ਤੁਸੀਂ ਕਹੋ ਵੀ ਅਸੀਂ ਡਿਬੈਂਚਰ ਹੋਲਡਰ ਨੂੰ ਲੌਂਗ ਟਾਈਮ ਰੱਖਣਾ ਚਾਹਾਂਗੇ, ਕਈ ਵਾਰ ਨਹੀਂ ਰੱਖਦੇ ਪਰਸਨ। ਬੈਂਕ ਦਾ ਪੈਸਾ ਤੁਸੀਂ ਕਹੋਗੇ ਅਸੀਂ ਵਾਪਸ ਕਰਨਾ ਹੀ ਨਹੀਂ ਹੈ, ਇਹ ਹੋ ਹੀ ਨਹੀਂ ਸਕਦਾ। ਅਗਰ ਜੋ ਪੈਸਾ ਤੁਸੀਂ ਯੂਜ਼ ਕਰ ਰਹੇ ਹੋ ਉਹਦੀ ਸਟੇਬਿਲਿਟੀ ਕਿੰਨੀ ਹੈ, ਮੀਨਸ ਉਹਦਾ ਟਾਈਮ ਪੀਰੀਅਡ ਕਿੰਨਾ ਹੈ, ਉਹ ਵੀ ਮੈਟਰ ਕਰਦਾ। ਹੁਣ ਤੁਹਾਨੂੰ ਲੌਂਗ ਟਰਮ ਲਈ ਫੋਰਸ ਚਾਹੀਦਾ ਹੋਵੇ, ਤੁਸੀਂ ਟ੍ਰੇਡ ਕ੍ਰੈਡਿਟ ਯੂਜ਼ ਕਰ ਲਓ ਤਾਂ ਬਿਜ਼ਨਸ ਨੂੰ ਅਫੈਕਸ਼ਨ ਹੋ ਸਕਦੀ ਹੈ। ਫਿਰ ਹੈ ਫਾਰਮ ਆਫ ਆਰਗੇਨਾਈਜੇਸ਼ਨ। ਤੁਹਾਡੀ ਆਪਣੀ ਕੰਪਨੀ ਕਿਸ ਤਰ੍ਹਾਂ ਦੀ ਹੈਗੀ ਹੈ ਉਹ ਵੀ ਮੈਟਰ ਕਰਦੀ ਹੈਗੀ ਹੈ। ਹੁਣ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਹੋਵੇ ਤਾਂ ਉੱਥੇ ਪੈਸਾ ਲਿਮਟਡ ਜਿਹਾ ਹੀ ਹੁੰਦਾ ਹੈ, ਕਿਉਂਕਿ ਸਿੰਗਲ ਪਰਸਨ ਨੇ ਪੈਸਾ ਲਗਾਇਆ ਹੁੰਦਾ ਹੈ ਔਰ ਬਿਜ਼ਨਸ ਚਲਾ ਰਿਹਾ ਹੁੰਦਾ ਹੈ। ਮੈਕਸਿਮਮ ਪੈਸਾ ਚਾਹੀਦਾ ਹੁੰਦਾ ਤਾਂ ਬੈਂਕ ਤੋਂ ਵੀ ਡੀਲ ਕਰਨ ਲਈ ਉਹਨੂੰ ਸੋਚਣਾ ਪੈਂਦਾ ਹੈ। ਕੰਪਨੀ ਫਾਰਮ ਹੋਵੇ ਤਾਂ ਬਹੁਤ ਜ਼ਿਆਦਾ ਆਪਸ਼ਨਸ ਨੇ। ਪੈਸੇ ਤੁਸੀਂ ਮਾਰਕੀਟ ਦੇ ਵਿੱਚ ਸ਼ੇਅਰ ਹੋਲਡਰ ਤੋਂ ਵੀ ਇਕੱਠਾ ਕਰਾ ਸਕਦੇ ਹੋ, ਜਾਂ ਫਿਰ ਖੁਦ ਵੀ ਪੈਸੇ ਲਗਾ ਸਕਦੇ ਹੋ। ਤੁਹਾਡੇ ਆਪਣੇ ਰਿਲੇਸ਼ਨਸ਼ਿਪ ਹੋਣਗੇ ਪੈਸਾ ਇਕੱਠਾ ਹੋ ਸਕਦਾ ਹੈ। ਲੇਕਿਨ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਲਿਮਟਡ ਸੋਰਸ ਹੁੰਦੇ ਨੇ, ਖੁਦ ਨੇ ਜਿੰਨਾ ਪੈਸਾ ਲਗਾਇਆ ਉਹੀ ਕੰਮ ਚੱਲੂਗਾ। ਅਗਰ ਬੈਂਕ ਨਾਲ ਰਿਲੇਸ਼ਨ ਅੱਛੇ ਬਣਨਗੇ ਤਾਂ ਤੁਹਾਨੂੰ ਬੈਂਕ ਕੋਲ ਪੈਸਾ ਦੇ ਸਕਦਾ ਹੈ, ਅਦਰਵਾਈਜ਼ ਤੁਹਾਨੂੰ ਬੈਂਕ ਤੋਂ ਵੀ ਫੈਸਿਲਿਟੀਜ਼ ਫਿਰ ਘੱਟ ਮਿਲਦੀਆਂ ਨੇ। ਫਿਰ ਹੈਗਾ ਰਿਸਕ ਪ੍ਰੋਫਾਈਲ। ਜਿਹੜਾ ਤੁਸੀਂ ਪੈਸਾ ਲੈ ਕੇ ਚੱਲੋਗੇ ਉਹਦੇ ਪਿੱਛੇ ਰਿਸਕ ਕਿਸ ਤਰ੍ਹਾਂ। ਬਹੁਤ ਸਾਰੇ ਲੋਕ ਇਦਾਂ ਵੀ ਸੋਚਦੇ ਹੈਗੇ ਨੇ ਵੀ ਸਾਡਾ ਪੈਸਾ ਅਗਰ ਮਾਰਕੀਟ 'ਚ ਡੁੱਬ ਗਿਆ ਤਾਂ ਉਹਦੇ ਵਿੱਚ ਸਾਨੂੰ ਕੁਝ ਨਾ ਕੁਝ ਐਜ਼ ਪਰ ਸਿਕਿਉਰਿਟੀ ਹੀ ਪ੍ਰੋਵਾਈਡ ਕਰੋਗੇ। ਤਾਂ ਹਰੇਕ ਪਰਸਨ ਨੂੰ ਆਪਣੀ ਸਿਕਿਉਰਿਟੀ ਚਾਹੀਦੀ ਹੁੰਦੀ ਹੈ। ਬਿਜ਼ਨਸ ਫੇਲ ਹੋ ਗਏ ਤਾਂ ਜਿਨ੍ਹਾਂ ਦਾ ਪੈਸਾ ਯੂਜ਼ ਕਰਿਆ ਹੋਇਆ ਤਾਂ ਕਿਸ ਤਰ੍ਹਾਂ ਵਾਪਿਸ ਕਰਿਆ ਜਾਊਗਾ, ਉਹ ਵੀ ਹਮੇਸ਼ਾ ਦੇਖਣਾ ਪੈਂਦਾ। ਕਿਉਂਕਿ ਪ੍ਰੈਫਰੈਂਸ ਵਾਲੇ ਪਰਸਨਸ ਹੋ ਗਏ ਜਾਂ ਡਿਬੈਂਚਰਸ ਵਾਲੇ ਪਰਸਨਸ ਹੋ ਗਏ ਜਾਂ ਬੈਂਕ ਵਾਲੇ ਹੋ ਗਏ, ਇਹਨਾਂ ਦਾ ਆਪਣਾ ਪੈਸਾ ਪੂਰਾ ਹੀ ਲੈਣਾ ਹੈ। ਹੋ ਸਕਦਾ ਕਿ ਤੁਹਾਡਾ ਬਿਜ਼ਨਸ ਵੀ ਟੇਕ ਓਵਰ ਕਰਵਾ ਦਿੱਤਾ ਜਾਵੇ ਬੈਂਕ ਦੇ ਥਰੂ ਹੋਵੇ ਤਾਂ ਇਹ ਵੀ ਮੈਟਰ ਕਰਦਾ ਹੈ ਸੋਰਸ ਆਫ ਫੰਡ ਦੇ ਵਿੱਚ। ਫਿਰ ਹੈਗਾ ਕ੍ਰੈਡਿਟ ਵਰਥਨੈਸ। ਕ੍ਰੈਡਿਟ ਵਰਥਨੈਸ, ਕੋਈ ਵੀ ਬਿਜ਼ਨਸ ਚੱਲ ਰਿਹਾ ਹੈਗਾ, ਤੁਸੀਂ ਕਿਸੇ ਦਾ ਵੀ ਪੈਸਾ ਉਧਾਰ ਤੇ ਲਿਆ ਹੋਇਆ ਯੂਜ਼ ਕਰ ਰਹੇ ਹੋ, ਉਹਨੂੰ ਕਿਸ ਤਰ੍ਹਾਂ ਯੂਜ਼ ਕਰ ਰਹੇ ਹੋ। ਮੈਂ ਐਗਜ਼ਾਮਪਲ ਕਹਾਂ ਤੁਹਾਨੂੰ, ਤੁਸੀਂ ਉਧਾਰ ਤੇ ਸਮਾਨ ਲੈ ਰਹੇ ਹੋ, ਕਿਸੇ ਨੇ 14 ਦਿਨ ਦਾ ਤੁਹਾਨੂੰ ਉਧਾਰ ਦੇਤਾ,
ਨੈਕਸਟ ਤੁਸੀਂ ਸਮਾਨ ਵੇਚ ਕੇ ਕਿੰਨੇ ਦਿਨ ਦੇ ਉਧਾਰ ਤੇ ਦੇ ਰਹੇ ਹੋ, ਇਹ ਵੀ ਮੈਟਰ ਕਰਦਾ। ਹੁਣ ਤੁਸੀਂ ਕਿਸੇ ਦਾ ਪੈਸੇ ਯੂਜ਼ ਕਰ ਰਹੇ ਹੋ, ਅੱਗੋਂ ਤੁਸੀਂ ਮਾਰਕੀਟ 'ਚ ਵੀ ਉਧਾਰ ਦੇ ਸਮਾਨ ਵੇਚ ਰਹੇ ਹੋ, ਕੀ ਤੁਸੀਂ ਉਹਨੂੰ ਇਕੱਠਾ ਕਰਾ ਸਕਦੇ ਹੋ? ਨਹੀਂ ਕਰਾ ਸਕਦੇ। ਬਹੁਤ ਸਾਰੇ ਲੋਕ ਇਸੇ 'ਚ ਕੰਮ ਫੇਲ ਹੋ ਜਾਂਦੇ ਨੇ ਕਿ ਉਧਾਰ ਦੇ ਲਏ ਹੋਏ ਪੈਸੇ ਨੂੰ ਅੱਗੇ ਉਧਾਰ ਤੇ ਹੀ ਵੇਚ ਦਿੰਦੇ ਨੇ ਸਮਾਨ, ਔਰ ਇਕੱਠਾ ਹੀ ਨਹੀਂ ਕਰ ਪੈਂਦੇ ਹੈਗੇ। ਤਾਂ ਇਹ ਵੀ ਮੈਟਰ ਕਰਦਾ ਹੈਗਾ। ਤਾਂ ਕੰਪਨੀ ਜੋ ਵੀ ਫੈਕਟਰਿੰਗ ਪ੍ਰੋਸੈਸ ਦੇ ਵਿੱਚ ਚੱਲਦੀ ਹੈ, ਜਾਂ ਕਿਸੇ ਹੋਰ ਪਰਸਨ ਨੂੰ ਹਾਇਰ ਕਰਦੇ ਨੇ, ਜਿਹਦੇ ਕਰਕੇ ਕੰਪਨੀ ਦੀ ਕੋਸਟ ਵੀ ਇਨਕਰੀਜ਼ ਹੁੰਦੀ ਹੈ। ਫਿਰ ਹੈਗਾ ਪਰਪਸ ਐਂਡ ਟਾਈਮ ਪੀਰੀਅਡ। ਜਿਹੜਾ ਤੁਸੀਂ ਸੋਰਸ ਯੂਜ਼ ਕਰੋਗੇ ਉਹ ਕਿਸ ਮਕਸਦ ਲਈ ਔਰ ਕਿੰਨੇ ਟਾਈਮ ਲਈ ਚਾਹੀਦਾ ਹੈਗਾ, ਇਹ ਵੀ ਮੈਟਰ ਕਰਦਾ। ਤੁਸੀਂ ਉਦਾਂ ਹੀ ਪੈਸੇ ਤੁਹਾਨੂੰ ਸਿਰਫ ਸਾਲ ਲਈ ਚੱਲਦੇ ਨੇ, ਤੁਸੀਂ ਕੋਈ ਇਕੁਇਟੀ ਸ਼ੇਅਰ ਹੋਲਡਰ ਇਕੱਠੇ ਕਰਕੇ ਬੈਠ ਜਾਓ ਵੀ ਲੌਂਗ ਟਰਮ ਲਈ ਪੈਸਾ ਸਾਡੇ ਕੋਲ ਆ ਗਿਆ, ਉਹ ਪੈਸਾ ਤੁਸੀਂ ਕੁਝ ਕਰਨਾ ਤਾਂ ਹੈ ਨਹੀਂ। ਜਿੰਨੇ ਪੈਸੇ ਦੀ ਤੁਹਾਨੂੰ ਲੋੜ ਹੋਣਾ ਕਿ ਪੈਸੇ ਯੂਜ਼ ਕਰੋ ਤਾਂ ਉਹਦਾ ਬੈਨੀਫਿਟ ਸਾਨੂੰ ਜ਼ਿਆਦਾ ਹੋ ਸਕਦਾ ਹੈਗਾ। ਫਿਰ ਹੈਗਾ ਟੈਕਸ ਬੈਨੀਫਿਟ। ਅਗਰ ਕੋਈ ਪੈਸਾ ਅਸੀਂ ਯੂਜ਼ ਕਰ ਰਹੇ ਹਾਂ ਕਿ ਤੁਹਾਨੂੰ ਉਹਦੇ ਟੈਕਸ ਬੈਨੀਫਿਟ ਹੈ ਜਾਂ ਨਹੀਂ ਹੈ। ਹੁਣ ਤੁਹਾਡੇ ਉੱਪਰ ਬਰਡਨ ਹੋਵੇ ਵੀ ਤੁਹਾਨੂੰ ਇਸ ਚੀਜ਼ ਦਾ ਵੀ ਟੈਕਸ ਪੇ ਕਰਨਾ ਪੈਣਾ, ਉਹ ਵੀ ਟੈਕਸ ਪੇ ਕਰਨਾ ਪੈਣਾ, ਤਾਂ ਬਹੁਤ ਸਾਰੇ ਪ੍ਰੋਬਲਮਸ ਆਉਣਗੇ। ਐਗਜ਼ਾਮਪਲ, ਤੁਸੀਂ ਹੁਣ ਬੈਂਕ ਤੋਂ ਹੀ ਪੈਸਾ ਲੈ ਲਿਆ, ਉਹਦੇ ਵਿੱਚ ਤੁਹਾਨੂੰ ਕੋਈ ਬੈਨੀਫਿਟ ਇਹ ਥੋੜੀ ਵੀ ਤੁਹਾਨੂੰ ਟੈਕਸ ਤੋਂ ਕੋਈ ਛੋਟ ਮਿਲ ਜਾਊਗੀ, ਟੈਕਸ ਤਾਂ ਤੁਹਾਨੂੰ ਪੇ ਕਰਨਾ ਹੀ ਪੈਣਾ ਹੈਗਾ। ਤਾਂ ਕੋਸ਼ਿਸ਼ ਇਹ ਕਰੋ ਕਿ ਅਸੀਂ ਉਹ ਪੈਸਾ ਯੂਜ਼ ਕਰੀਏ ਜਿਹਦਾ ਸਾਨੂੰ ਬੈਨੀਫਿਟ ਮਿਲੇ, ਵੀ ਟੈਕਸ ਸਾਨੂੰ ਨਾ ਭਰਨਾ ਪਵੇ। ਫਲੈਕਸੀਬਿਲਿਟੀ ਐਂਡ ਈਜ਼ੀ। ਹਮੇਸ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਜਿਹੜੇ ਤੁਹਾਡੇ ਕੋਲ ਸੋਰਸ ਆਫ ਫੰਡ ਨੇ ਉਹ ਫਲੈਕਸੀਬਲ ਹੋਣੇ ਚਾਹੀਦੇ ਨੇ। ਜਦੋਂ ਜ਼ਰੂਰਤ ਪਵੇ ਕਿਸੇ ਵੀ ਟਾਈਪ ਦੇ ਵਿੱਚ ਕਨਵਰਟ ਕਰਨੇ ਹੋਣ ਜਾਂ ਫਿਰ ਈਜ਼ੀਲੀ ਪੈਸੇ ਤੁਹਾਨੂੰ ਮਿਲਣ ਵਾਲੇ ਹੋਣ, ਤਾਂ ਉਹਨਾਂ ਨੂੰ ਯੂਜ਼ ਕਰਿਆ ਜਾਵੇ। ਜਿਹਦੇ ਲਈ ਤੁਹਾਨੂੰ ਸਪੈਸ਼ਲ ਹਾਰਡ ਵਰਕ ਕਰਨਾ ਪੜੇ ਪੈਸੇ ਲਈ, ਉਹ ਤੁਹਾਨੂੰ ਲੋੜ ਹੀ ਨਹੀਂ ਹੈ ਬਿਜ਼ਨਸ ਦੇ ਵਿੱਚ। ਕਿਉਂਕਿ ਜੇਕਰ ਤੁਸੀਂ ਹਾਰਡ ਵਰਕ ਪੈਸੇ ਕਿਸੇ ਦੀ ਮਿਹਨਤਾਂ ਕਰਕੇ, ਜਾਂ ਫਿਰ ਮੰਨ ਲਓ ਹੋ ਸਕਦਾ ਹੈ ਕਿਸੇ ਦੇ ਉੱਪਰ ਬਰਡਨ ਬਣ ਕੇ ਤੁਸੀਂ ਪੈਸੇ ਲੈ ਰਹੇ ਹੋ, ਤਾਂ ਉਹ ਬੰਦਾ ਤੁਹਾਨੂੰ ਅੱਗੇ ਜਾ ਕੇ ਤਾਂ ਤੰਗ ਕਰੂਗਾ ਹੀ ਕਰੂਗਾ। ਮੈਂ ਐਗਜ਼ਾਮਪਲ, ਜਿਵੇਂ ਅਸੀਂ ਪ੍ਰੈਫਰੈਂਸ ਸ਼ੇਅਰ ਹੋਲਡਰ ਮੋਸਟਲੀ ਕੰਪਨੀ ਕਹਿੰਦੇ ਵੀ ਆਪਟੀਮਮ ਕੈਪੀਟਲ ਸਟਰਕਚਰ ਬਣਾਉਣਾ ਹੈ ਤਾਂ ਇਕੁਇਟੀ ਪਲੱਸ ਡਿਬੈਂਚਰ ਦਾ ਹੋਣਾ ਚਾਹੀਦਾ ਹੈ। ਪ੍ਰੈਫਰੈਂਸ ਕਦੀ ਵੀ ਨਹੀਂ ਹੋਣੀ ਚਾਹੀਦਾ। ਪ੍ਰੈਫਰੈਂਸ ਉਦੋਂ ਹੋਣੀ ਚਾਹੀਦੀ ਹੈ ਜਦੋਂ ਤੁਹਾਨੂੰ ਹਾਰਡਲੀ ਪੈਸੇ ਦੀ ਲੋੜ ਹੈ, ਕਿਉਂਕਿ ਹਾਰਡਲੀ ਪੈਸੇ ਦੀ ਲੋੜ ਹੈ ਤਾਂ ਮੇ ਵੀ ਪਰਸਨਸ ਉਹ ਤੰਗ ਕਰਨ ਵਾਲੇ ਹੀ ਹੁੰਦੇ ਨੇ। ਫਿਊਚਰ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਦੀ ਵੀ ਲੋੜ ਹੁੰਦੀ। ਫਿਰ ਇਹਨਾਂ ਨੂੰ ਹੀ ਅੱਗੇ ਡਿਫਾਈਨ ਕੀਤਾ ਗਿਆ ਹੈ ਦੋਨੋਂ ਸ਼ੇਅਰਸ ਨੂੰ, ਇਕੁਇਟੀ, ਪ੍ਰੈਫਰੈਂਸ ਐਂਡ ਡਿਬੈਂਚਰਸ। ਇਕੁਇਟੀ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਲਈ ਸੀਗੀ ਕਿ ਕੰਪਨੀ ਦੀ ਇੱਕ ਤਰ੍ਹਾਂ ਸ਼ੇਅਰ ਹੋਲਡਰ ਮੀਨਸ ਓਨਰ ਦੀ ਤਰ੍ਹਾਂ ਕੰਮ ਕਰਦੇ ਨੇ। ਲੌਂਗ ਟਰਮ ਸੋਰਸ ਆਫ ਫਾਈਨਾਂਸ ਹੈਗਾ ਕੰਪਨੀ ਦੇ ਵਿੱਚ, ਹਮੇਸ਼ਾ ਇੱਕ ਓਨਰਸ਼ਿਪ ਦੀ ਤਰ੍ਹਾਂ ਕੰਮ ਕਰਨਗੇ। ਵੋਟਿੰਗ ਰਾਈਟਸ, ਬੀਅਰ ਸਟੈਂਪ ਦੀ ਤਰ੍ਹਾਂ ਹੀ ਮੀਨਸ ਕੰਪਨੀ ਵਿੱਚ ਕੰਮ ਕਰਦੇ ਨੇ। ਜੋ ਕੰਪਨੀ ਦੇ ਰੂਲਸ ਐਂਡ ਰੈਗੂਲੇਸ਼ਨਸ ਹੋਣਗੇ ਇਕੁਇਟੀ ਸ਼ੇਅਰ ਹੋਲਡਰ ਦੇ ਥਰੂ ਹੀ ਕਰੇ ਜਾਂਦੇ ਹੈਗੇ ਨੇ। ਇਹਨਾਂ ਦੇ ਬੈਨੀਫਿਟ ਕੀ ਹੋਣਗੇ? ਤੇ ਪਰਮਾਨੈਂਟ ਸੋਰਸ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਕੰਪਨੀ ਸਿਰਫ 10 ਸਾਲ ਲਈ ਨੇ 15 ਸਾਲ ਲਈ। ਪਰਮਾਨੈਂਟ ਸੋਰਸ ਆਫ ਫੰਡ ਹੈ। ਕੰਪਨੀ ਜਦ ਤੱਕ ਚੱਲੂਗੀ ਇਕੁਇਟੀ ਸ਼ੇਅਰ ਹੋਲਡਰ ਉਦੋਂ ਤੱਕ ਹੀ ਕੰਪਨੀ ਦੇ ਨਾਲ ਜੁੜੇ ਰਹਿੰਦੇ ਹੈਗੇ ਨੇ। ਇਹਨਾਂ ਦੇ ਵਿੱਚ ਪੇਮੈਂਟ ਆਫ ਡਿਵੀਡੈਂਡ ਕੋਈ ਫਿਕਸ ਨਹੀਂ ਹੁੰਦੀ ਵੀ ਇੰਨੇ % ਤੁਸੀਂ ਦੇਣਾ ਹੀ ਹੈ। ਅਗਰ ਘੱਟ ਪ੍ਰੋਫਿਟ ਹੋਇਆ ਤਾਂ ਘੱਟ ਨਾਲ ਵੀ ਚੱਲ ਜਾਏਗਾ, ਜ਼ਿਆਦਾ ਪ੍ਰੋਫਿਟ ਹੈ ਤਾਂ ਜ਼ਿਆਦਾ ਨਾਲ ਵੀ ਚੱਲ ਜਾਂਦਾ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਇਕੁਇਟੀ ਸ਼ੇਅਰ ਹੋਲਡਰਸ ਜਿਵੇਂ ਮਰਜ਼ੀ ਤੁਸੀਂ ਕੰਪਨੀ ਦੀ ਬੋਰਿੰਗ ਪਾਵਰ ਨੂੰ ਚੇਂਜ ਕਰਨੀ ਹੋ ਤਾਂ ਇਹਨਾਂ ਦੇ ਉੱਪਰ ਡਿਪੈਂਡ ਕਰਦੀ ਹੈ। ਕੰਪਨੀ ਕਿੱਥੋਂ ਕਿੱਥੋਂ ਪੈਸਾ ਲੈਣਾ ਹੈ, ਕਿੱਥੋਂ ਕਿੱਥੋਂ ਨਹੀਂ ਲੈਣਾ ਹੈਗਾ, ਸਾਰਾ ਕੁਝ ਡਿਸਾਈਡ ਇਕੁਇਟੀ ਸ਼ੇਅਰ ਹੋਲਡਰ ਹੀ ਕਰਦੇ ਨੇ। ਜਿੱਥੇ ਇਹਨਾਂ ਦੇ ਕੁਝ ਬੈਨੀਫਿਟ ਨੇ ਉੱਥੇ ਇਹਨਾਂ ਦੇ ਕੁਝ ਲਿਮਿਟੇਸ਼ਨ ਵੀ ਲਿਖੇ ਨੇ। ਜਿਵੇਂ ਜਿਵੇਂ ਕਹਿੰਦਾ ਕਿਸੇ ਕੰਪਨੀ ਦੇ ਵਿੱਚ ਇਕੁਇਟੀ ਸ਼ੇਅਰ ਹੋਲਡਰ ਇਨਕਰੀਜ਼ ਹੁੰਦੇ ਚਲੇ ਜਾਣਗੇ, ਉੱਥੇ ਹੀ ਕੰਪਨੀ ਦੀ ਜਿਹੜੀ ਕਹਿੰਦਾ ਕੋਸਟ ਆਫ ਕੈਪੀਟਲ ਵੀ ਇਨਕਰੀਜ਼ ਹੁੰਦੀ ਚਲੀ ਜਾਂਦੀ ਹੈ। ਕਿ ਅਸੀਂ ਇਹ ਵੀ ਕਹੀਏ ਵੀ ਕੰਪਨੀ ਨੂੰ ਜਿੰਨਾ ਪੈਸਾ ਉਹਦੇ ਉੱਪਰ ਦੇਣਾ ਹੈਗਾ ਡਿਵੀਡੈਂਡ ਦਾ ਕਹੀਏ, ਕਿਉਂਕਿ ਬਰਡਨ ਤਾਂ ਇਨਕਰੀਜ਼ ਹੁੰਦਾ ਚਲੇ ਜਾਣਾ ਹੈ। ਕਿਉਂਕਿ ਜਦੋਂ ਪੈਸਾ ਕੰਪਨੀ 'ਚ ਇਨਵੈਸਟ ਹੁੰਦਾ ਚਲਾ ਗਿਆ, ਆਟੋਮੈਟਿਕ ਦੀ ਕੰਪਨੀ ਦੀ ਕੋਸਟ ਵੀ ਵੱਧਦੀ ਚਲੀ ਜਾਊਗੀ। ਦੂਸਰਾ ਇਹਨਾਂ ਨੇ ਲਿਖਿਆ ਗਿਆ ਕਈ ਵਾਰ ਸ਼ੇਅਰ ਹੋਲਡਰ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕੋਈ ਵੀ ਇਕੁਇਟੀ ਸ਼ੇਅਰ ਹੋਲਡਰ ਨੇ ਕੰਪਨੀ 'ਚ ਓਨਰ ਦੀ ਤਰ੍ਹਾਂ ਕੰਮ ਕਰ ਰਹੇ ਹੋਣਗੇ। ਜੋ ਪਰਸਨ ਪਹਿਲਾਂ ਤੋਂ ਕੰਮ ਕਰਨ ਤੋਂ ਠੀਕ ਨੇ, ਨਿਊ ਪਰਸਨਸ ਆਣਗੇ ਆਪਣੀ ਜਨਰੇਸ਼ਨ ਦੇ ਅਕੋਰਡਿੰਗ, ਆਪਣੀ ਸੋਚ ਦੇ ਅਕੋਰਡਿੰਗ ਆਣਗੇ ਤਾਂ ਉਹਨਾਂ ਦੀ ਡਿਮਾਂਡ ਜਿਹੜੀ ਜ਼ਿਆਦਾ ਹੁੰਦੀਆਂ ਨੇ। ਕਈ ਵਾਰ ਬਿਜ਼ਨਸ ਪ੍ਰੋਪਰ ਹੁੰਦਾ ਵੀ ਫੀਲ ਹੋ ਜਾਂਦੇ ਨੇ ਚੱਲਦੇ ਕਿਉਂਕਿ ਜਦੋਂ ਪਰਸਨ ਆਊਗਾ ਉਹਨੇ ਆਪਣੀ ਡਿਮਾਂਡ ਦੇ ਅਕੋਰਡਿੰਗ ਕੰਮ ਕਰਵਾਉਣਾ ਹੈਗਾ। ਇਕੁਇਟੀ ਸ਼ੇਅਰ ਹੋਲਡਰ ਦੇ ਵਿੱਚ ਪ੍ਰੋਬਲਮ ਸਭ ਤੋਂ ਬੜੀ ਇਹ ਵੀ ਆਉਂਦੀ ਹੈ ਕਿ ਮੋਸਟਲੀ ਜਿਹੜੀ ਕੰਪਨੀ ਦੇ ਵਿੱਚ ਅਸੀਂ ਕਹੀਏ ਵੀ ਕੰਟਰੋਲ ਦੀ ਪ੍ਰੋਸੈਸ ਹੈ ਉਹ ਇੱਕ ਐਗਜ਼ਿਸਟਿੰਗ ਸ਼ੇਅਰ ਹੋਲਡਰ ਕੋਲ ਹੁੰਦੀ ਹੈ। ਜਿਹੜੇ ਪਹਿਲਾਂ ਤੋਂ ਹੀ ਪਰਸਨ ਕੰਪਨੀ 'ਚ ਕੰਮ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਚਲਾਉਣਾ ਹੁੰਦਾ ਹੈ। ਤਾਂ ਨਿਊ ਪਰਸਨ ਆਉਣਗੇ ਤਾਂ ਇਹ ਪ੍ਰੋਬਲਮਸ ਵੀ ਕ੍ਰੀਏਟ ਹੁੰਦੇ ਨੇ, ਆਪਸ 'ਚ ਝਗੜਾ ਹੋ ਗਿਆ, ਕਨਫਲਿਕਟ ਹੋ ਗਈਆਂ ਜਾਂ ਜਨਰੇਸ਼ਨ ਹੁੰਦੀਆਂ ਹੈਗੀਆਂ ਨੇ। ਇਕੁਇਟੀ ਸ਼ੇਅਰ ਹੋਲਡਰ ਜਦੋਂ ਵੀ ਇਸ਼ੂ ਕਰੇ ਜਾਣਗੇ ਇਹਦੇ ਵਿੱਚ ਕੁਝ ਕਹਿੰਦਾ ਟਰਮਸ ਹੁੰਦੀਆਂ ਨੇ। ਇੱਕ ਤਾਂ ਆਥੋਰਾਈਜ਼ ਕੈਪੀਟਲ ਹੋਣੀ ਚਾਹੀਦੀ ਹੈ। ਸਟਾਰਟਿੰਗ ਦੇ ਵਿੱਚ ਤੁਸੀਂ ਜਦੋਂ ਬਿਜ਼ਨਸ ਲਗਾਉਣਾ ਹੈ ਉਦੋਂ ਕੁਝ ਕਿੰਨੀ ਕੈਪੀਟਲ ਦੱਸੋਗੇ, ਆਥੋਰਾਈਜੇਸ਼ਨ ਹੁੰਦੀ ਹੈ। ਫਿਰ ਹੁੰਦੀ ਇਸ਼ੂਡ, ਕਿੰਨੇ ਪੈਸੇ ਤੁਸੀਂ ਮਾਰਕੀਟ 'ਚ ਇਸ਼ੂ ਕਰੋਗੇ ਜਿਹੜੇ ਇਕੁਇਟੀ ਦੇ ਵਿੱਚ ਆਣਗੇ। ਫਿਰ ਆਊ ਸਬਸਕ੍ਰਾਈਬਸ, ਕਿੰਨੇ ਲੋਕਾਂ ਨੇ ਉਹ ਪੈਸਾ ਯੂਜ਼ ਕਰ ਲਿਆ, ਤੁਹਾਡੀ ਕੰਪਨੀ 'ਚ ਇਨਵੈਸਟਮੈਂਟ ਕਰ ਲਿਆ। ਫਿਰ ਆਉਂਦਾ ਪੇਡ ਅਪ ਦਾ ਮਤਲਬ ਜਿੰਨਾ ਲੋਕਾਂ ਨੂੰ ਤੁਸੀਂ ਸ਼ੇਅਰ ਇਸ਼ੂ ਕੀਤੇ ਉਹਨਾਂ ਦੇ ਵਿੱਚ ਕਿੰਨੇ ਲੋਕਾਂ ਨੇ ਤੁਹਾਡੇ ਟੋਟਲ ਪੈਸੇ ਦੇਤੇ, ਉਹ ਪੇਡ ਅਪ ਹੁੰਦੇ। ਕੁਝ ਦੀ ਪੈਂਡਿੰਗ ਵੀ ਜਿਵੇਂ ਰਹਿ ਜਾਂਦੀ ਹੈ। ਫਿਰ ਆਉਂਦਾ ਰਾਈਟ ਇਸ਼ੂ ਦਾ ਮਤਲਬ ਹੁੰਦਾ ਜਦੋਂ ਕੰਪਨੀ ਨਿਊ ਸ਼ੇਅਰ ਇਸ਼ੂ ਕਰਨਾ ਚਾਹੁੰਦੀ ਹੈ ਤਾਂ ਸਿਰਫ ਸਪੈਸ਼ਲ ਸਭ ਤੋਂ ਪਹਿਲਾਂ ਰਾਈਟ ਐਗਜ਼ਿਸਟਿੰਗ ਸ਼ੇਅਰ ਹੋਲਡਰ ਕੋਲ ਹੀ ਹੋਣਗੇ ਕਿ ਇਕੁਇਟੀ ਸ਼ੇਅਰ ਹੋਲਡਰ ਕੋਲ ਹੀ ਪੈਸਾ ਜਾ ਸਕਦਾ ਹੈ। ਬੋਨਸ ਸ਼ੇਅਰ, ਕਈ ਵਾਰ ਕੰਪਨੀ ਡਿਵੀਡੈਂਡ ਦੀ ਜਗ੍ਹਾ ਤੇ ਸ਼ੇਅਰ ਹੋਲਡਰ ਨੂੰ ਬੋਨਸ ਸ਼ੇਅਰ ਇਸ਼ੂ ਵੀ ਕਰ ਦਿੰਦੀ ਹੈਗੀ। ਕਿਸੇ ਤੁਹਾਨੂੰ ਪੈਸੇ ਨਹੀਂ ਦੇ ਰਹੇ ਹੈਗੇ ਉਹਦੀ ਜਗ੍ਹਾ ਤੁਹਾਡੇ ਨਾਮ ਤੇ ਕੁਝ ਹੋਰ ਸ਼ੇਅਰ ਇਸ਼ੂ ਕਰਤੀ ਤਾਂ ਇਹ ਵੀ ਇਕੁਇਟੀ ਸ਼ੇਅਰ ਹੋਲਡਰ 'ਚ ਹੋ ਸਕਦਾ ਹੈ। ਸਵੀਟ ਇਕੁਇਟੀ ਸ਼ੇਅਰ ਮੀਨਸ ਜਿਵੇਂ ਕੰਪਨੀ ਦੇ ਡਾਇਰੈਕਟਰਸ ਹੈ ਉਹਨਾਂ ਦੀ ਪਰਫਾਰਮੈਂਸ ਬੇਸ ਤੇ ਉਹਨਾਂ ਨੂੰ ਸਵੀਟ ਇਕੁਇਟੀ ਸ਼ੇਅਰ ਦੇਤੀ ਵੀ ਅਗਰ ਤੁਹਾਨੂੰ ਕੋਈ ਸੈਟਿੰਗ ਫੀਸ ਜਾਂ ਤੁਹਾਡੀ ਸੈਲਰੀ ਵਗੈਰਾ ਜੋ ਬਣਦੀ ਹੈ ਅਸੀਂ ਉਹਦੀ ਜਗ੍ਹਾ ਤੁਹਾਨੂੰ ਕੁਝ ਇਕੁਇਟੀ ਸ਼ੇਅਰ ਦੇ ਰਹੇ ਹਾਂ, ਉਹਦਾ ਬੈਨੀਫਿਟ ਤੁਹਾਨੂੰ ਕੰਪਨੀ ਜ਼ਿਆਦਾ ਹੋ ਸਕਦਾ ਹੈ।
ਫਿਰ ਉਸ ਤੋਂ ਬਾਅਦ ਹੈਗਾ ਵੇਰੀਅਸ ਪ੍ਰਾਈਸਿਸ ਆਫ ਇਕੁਇਟੀ ਸ਼ੇਅਰਸ। ਇਕੁਇਟੀ ਸ਼ੇਅਰ ਦੀਆਂ ਅਲੱਗ-ਅਲੱਗ ਪ੍ਰਾਈਸਿਸ ਵੀ ਹੋ ਸਕਦੀਆਂ। ਸਭ ਤੋਂ ਪਹਿਲਾਂ ਲਿਖਿਆ ਹੈ ਕਿ ਪਾਰ ਔਰ ਫੇਸ ਵੈਲਿਊ। ਅਗਰ ਸ਼ੇਅਰ ਤੁਹਾਡਾ 10 ਰੁਪਏ ਦਾ ਤਾਂ ਤੁਸੀਂ 10 ਰੁਪਏ ਦਾ ਹੀ ਇਸ਼ੂ ਕਰਤਾ, ਇਹਨੂੰ ਅਸੀਂ ਐਟ ਪਾਰ ਜਾਂ ਫਿਰ ਫੇਸ ਵੈਲਿਊ ਕਹਿੰਦੇ ਹੈਗੇ ਆ। ਦੂਸਰਾ ਉਹਨਾਂ ਲਿਖਿਆ ਹੈਗਾ ਕਿ ਇਸ਼ੂ ਪ੍ਰਾਈਸ। ਮੰਨ ਲਓ 10 ਰੁਪਏ ਦਾ ਸ਼ੇਅਰ ਹੈ, ਤੁਸੀਂ ਕਿੰਨੇ ਦੇ ਉੱਪਰ ਇਸ਼ੂ ਕਰ ਰਹੇ ਹੋ, 11 ਦੇ ਕਰ ਰਹੇ ਹੋ ਜਾਂ 10 ਦੇ ਹੀ ਕਰ ਰਹੇ ਹੋ, ਉਹ ਇਸ਼ੂ ਪ੍ਰਾਈਸ ਹੈ, ਉਹ ਮੈਟਰ ਕਰਦਾ ਤੁਸੀਂ ਜਿੰਨੇ ਤੇ ਇਸ਼ੂ ਕਰੋਗੇ। ਫਿਰ ਆਂਦਾ ਹੈਗਾ ਸ਼ੇਅਰ ਪ੍ਰੀਮੀਅਮ। 10 ਰੁਪਏ ਦਾ ਸ਼ੇਅਰ ਹੈ, ਘੱਟੋ ਘੱਟ 15 ਦਾ ਇਸ਼ੂ ਕਰ ਰਹੇ ਹੋ, ਤੁਸੀਂ ਮਾਰਕੀਟ ਦੇ ਵਿੱਚ ਦੇ ਰਹੇ ਹੋ ਜਾਂ 12 ਦਾ ਦੇ ਰਹੇ ਹੋ, ਇਹ ਪ੍ਰੀਮੀਅਮ ਹੁੰਦਾ, ਮੀਨਸ ਕੰਪਨੀ ਨੂੰ ਉਹਦਾ ਬੈਨੀਫਿਟ ਹੁੰਦਾ ਹੈਗਾ। ਇਹਦੇ ਵਿੱਚ ਹੀ ਡਿਸਕਾਊਂਟ ਵੀ ਆਉਂਦਾ। 10 ਰੁਪਏ ਦਾ ਸ਼ੇਅਰ ਹੈ, ਕੰਪਨੀ 8 ਰੁਪਏ ਦਾ ਜਾਂ 9 ਰੁਪਏ ਦਾ ਮਾਰਕੀਟ 'ਚ ਦੇ ਰਹੀ ਹੈ, ਆਪਣੇ ਵੱਲੋਂ ਪੈਸਾ ਖੁਦ ਆਪਣੀ ਵੈਲਿਊ ਘਟਾ ਕੇ ਕੰਪਨੀ ਕੋਲ ਪੈਸਾ ਇਕੱਠਾ ਨਹੀਂ ਹੋ ਰਿਹਾ ਤਾਂ ਡਿਸਕਾਊਂਟ ਤੇ ਵੀ ਇਸ਼ੂ ਕਰ ਸਕਦੇ ਹੈਗੇ ਨੇ। ਉਸ ਤੋਂ ਬਾਅਦ ਹੈਗਾ ਬੁੱਕ ਵੈਲਿਊ। ਬੁੱਕ ਵੈਲਿਊ ਦਾ ਮਤਲਬ ਹੋਗਾ ਕਿ ਅਗਰ 10 ਰੁਪਏ ਲਿਖਿਆ ਤਾਂ ਬੁੱਕ ਦੇ ਵਿੱਚ ਵੀ 10 ਹੈ ਤਾਂ ਬੁੱਕ ਵੈਲਿਊ। ਸ਼ੇਅਰ ਤੁਹਾਡਾ 10 ਰੁਪਏ ਦਾ ਹੈ, ਮਾਰਕੀਟ 'ਚ ਉਹਦੀ ਵੈਲਿਊ 11 ਚੱਲ ਰਹੀ ਹੈ ਤਾਂ ਇਹ ਮਾਰਕੀਟ ਵੈਲਿਊ ਵੀ ਹੋ ਸਕਦੀ ਹੈ। ਡਿਫਰੈਂਟ ਵੈਲਿਊਜ਼ ਹੁੰਦੀਆਂ ਨੇ ਇਕੁਇਟੀ ਸ਼ੇਅਰ ਦੇ ਵਿੱਚ। ਫਿਰ ਉਸ ਤੋਂ ਬਾਅਦ ਦੂਸਰੀ ਟਾਈਪ ਤੁਹਾਡੇ ਕੋਲ ਆ ਰਹੀ ਹੈ ਪ੍ਰੈਫਰੈਂਸ ਸ਼ੇਅਰ ਹੋਲਡਰ। ਪ੍ਰੈਫਰੈਂਸ ਸ਼ੇਅਰ ਹੋਲਡਰਸ ਉਹ ਹੋਣਗੇ ਜਿਹੜੇ ਇਕੁਇਟੀ ਸ਼ੇਅਰ ਹੋਲਡਰ ਨਹੀਂ ਹੁੰਦੇ। ਮੀਨਸ ਸਿਰਫ ਇਹਨਾਂ ਨੂੰ ਇੱਕ ਪ੍ਰੈਫਰੈਂਸ ਹੁੰਦੀ ਹੈ ਕਿ ਕੰਪਨੀ ਦੇ ਵਿੱਚ ਪ੍ਰੋਫਿਟ ਹੋਵੇ ਲਾਸ ਹੋਵੇ, ਇਹਨਾਂ ਨੂੰ ਆਪਣਾ ਬੈਨੀਫਿਟ ਮਿਲਣਾ ਹੀ ਮਿਲਣਾ ਹੁੰਦਾ ਹੈ। ਇਹ ਵੀ ਕੰਪਨੀ ਦੀ ਲੌਂਗ ਟਰਮ ਸੋਰਸ ਆਫ ਫਾਈਨਾਂਸ ਹੁੰਦੇ ਨੇ। ਇਹਦੇ ਫੀਚਰਸ ਹਨ ਲਿਖੇ ਨੇ। ਸਭ ਤੋਂ ਪਹਿਲਾਂ ਤਾਂ ਫਿਕਸਡ ਡਿਵੀਡੈਂਡ। ਇਹਨਾਂ ਨੂੰ ਫਿਕਸ ਰੇਟ ਆਫ ਡਿਵੀਡੈਂਡ ਮਿਲਣਾ ਹੀ ਮਿਲਣਾ ਹੈ। 10 ਤੋਂ 12% ਦੇ ਵਿੱਚ ਰੇਟ ਆਫ ਇੰਟਰਸਟ ਹੁੰਦਾ ਹੈ ਇਹਨਾਂ ਨੂੰ, ਜਿਹੜਾ ਹਰ ਸਾਲ ਮਿਲਣਾ ਹੀ ਮਿਲਣਾ। ਕੰਪਨੀ ਪ੍ਰੋਫਿਟ ਜਾਵੇ ਲਾਸ ਜਾਵੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਪ੍ਰੈਫਰੈਂਸ ਓਵਰ ਇਕੁਇਟੀ। ਕੰਪਨੀ ਦੇ ਵਿੱਚ ਜਦੋਂ ਵੀ ਪੈਸਾ ਮਿਲਣਾ ਹੈ ਡਿਵੀਡੈਂਡ ਦਾ, ਇਹਨਾਂ ਨੂੰ ਫਸਟ ਪ੍ਰੈਫਰੈਂਸ ਹੈ। ਇਕੁਇਟੀ ਸ਼ੇਅਰ ਹੋਲਡਰ ਮਾਲਿਕ ਹੁੰਦੇ ਨੇ, ਜਦ ਕਿ ਉਹਨਾਂ ਨੂੰ ਪ੍ਰੈਫਰੈਂਸ ਹੋਣੀ ਚਾਹੀਦੀ ਹੈ, ਲੇਕਿਨ ਪ੍ਰੈਫਰੈਂਸ ਇਹਨਾਂ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਜਦੋਂ ਪੈਸਾ ਕੰਪਨੀ ਕਿਸੇ ਵੀ ਪਰਸਨ ਨੂੰ ਇਸ਼ੂ ਕਰੂਗੀ ਤਾਂ ਸਭ ਤੋਂ ਪਹਿਲਾਂ ਪ੍ਰੈਫਰੈਂਸ ਸ਼ੇਅਰ ਹੋਲਡਰ ਨੂੰ ਹੀ ਇਸ਼ੂ ਕਰਨਗੇ। ਨੋ ਵੋਟਿੰਗ ਰਾਈਟ। ਇਹ ਵਾਲੇ ਜਿਹੜੇ ਸ਼ੇਅਰ ਹੋਲਡਰਸ ਨੇ ਇਹਨਾਂ ਨੂੰ ਕੋਈ ਵੋਟਿੰਗ ਰਾਈਟ ਨਹੀਂ ਹੁੰਦੀ ਹੈ। ਸਿਰਫ ਕੰਪਨੀ ਦੇ ਵਿੱਚ ਇਹ ਪੈਸਾ ਲਗਾ ਸਕਦੇ ਨੇ, ਇਨਵੈਸਟਮੈਂਟ ਕਰ ਸਕਦੇ ਨੇ ਔਰ ਪ੍ਰੋਫਿਟ ਦੇ ਵਿੱਚ ਆਪਣਾ ਹਿੱਸਾ ਦੇਖ ਸਕਦੇ ਨੇ। ਕੋਈ ਵੋਟਿੰਗ ਰਾਈਟ ਨਹੀਂ ਮਿਲਣਗੇ। ਫਿਕਸ ਮੈਚਿਓਰਿਟੀ। ਇਹ ਜਦੋਂ ਵੀ ਸ਼ੇਅਰ ਇਸ਼ੂ ਕਰੇ ਜਾਣਗੇ, ਇਹਦੇ ਵਿੱਚ ਫਿਕਸ ਟਾਈਮ ਪੀਰੀਅਡ ਹੁੰਦਾ ਹੀ ਹੈ ਕਿ ਇੰਨੇ ਟਾਈਮ ਦੇ ਇਸ਼ੂ ਹੁੰਦੇ ਨੇ। ਇਦਾਂ ਦਾ ਨਹੀਂ ਹੈ ਕਿ ਲੌਂਗ ਟਰਮ ਸੋਰਸ ਹੋਣਗੇ। ਜਿਵੇਂ ਇਕੁਇਟੀ ਸ਼ੇਅਰ ਸੀਗਾ ਵੀ ਪਰਮਾਨੈਂਟ ਸੋਰਸ ਆਫ ਫਾਈਨਾਂਸ ਹੈ, ਇਹ ਫਿਕਸ ਮੈਚਿਓਰਿਟੀ ਹੈ 10 ਤੋਂ 12 ਸਾਲ, ਹੋ ਸਕਦਾ ਹੈ 15 ਸਾਲ ਲਈ ਵੀ ਕੋਈ ਕੰਪਨੀ ਇਸ਼ੂ ਕਰਦੇ ਹੋਵੇ, ਲੇਕਿਨ ਇਸ ਤੋਂ ਜ਼ਿਆਦਾ ਇਸ਼ੂ ਨਹੀਂ ਹੁੰਦੇ ਹੈਗੇ। ਲਿਮਿਟੇਸ਼ਨ ਇਹਨਾਂ ਨੇ ਲਿਖੇ ਨੇ ਕੁਝ। ਅਗਰ ਇਦਾਂ ਦੇ ਸ਼ੇਅਰ ਪ੍ਰੈਫਰੈਂਸ ਸ਼ੇਅਰ ਕਿਸੇ ਕੰਪਨੀ ਹੈਗੇ ਨੇ ਤੇ ਇਹਦੇ ਜਿੱਥੇ ਕੋਈ ਬੈਨੀਫਿਟ ਲਿਖਾਏ ਨੇ ਜਾਂ ਉਹਨਾਂ ਦੀ ਲਿਮਿਟੇਸ਼ਨ ਲਿਖੀ ਹੈ। ਸਭ ਤੋਂ ਪਹਿਲਾਂ ਇੱਕ ਕੋਸਟਲੀ ਸੋਰਸ ਆਫ ਫਾਈਨਾਂਸ ਹੈਗਾ ਵੀ ਅਸੀਂ ਕੰਪਨੀ ਕਹਿ ਸਕਦੇ ਹਾਂ ਕਿ ਕੰਪਨੀ ਦੀ ਕੋਸਟ ਇਹਦੇ ਉੱਪਰ ਸਭ ਤੋਂ ਜ਼ਿਆਦਾ ਲੱਗਦੀ ਹੈ। ਮੀਨਸ ਫਿਕਸ ਰੇਟ ਆਫ ਅਗਰ 10% ਵੀ ਸਾਨੂੰ ਵਿਆਜ ਦੇਣਾ ਪੈ ਰਿਹਾ ਜਾਂ 12% ਵੀ ਦੇਣਾ ਪੈ ਰਿਹਾ ਤਾਂ ਕੰਪਨੀ ਦੀ ਕੋਸਟ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ। ਦੂਸਰਾ, ਕੰਪਨੀ ਦੇ ਵਿੱਚ ਕਹਿੰਦਾ ਕਦੀ ਵੀ ਇਹਦੇ ਸਕਿਪਿੰਗ ਨਹੀਂ ਹੋ ਸਕਦੀ। ਕੰਪਨੀ ਕਦੇ ਵੀ 1 ਸਾਲ ਸਾਨੂੰ ਪ੍ਰੋਫਿਟ ਘੱਟ ਹੋਇਆ ਅਸੀਂ ਸਕਿਪ ਕਰਕੇ ਅੱਗੇ ਚਲੇ ਜਾਵਾਂਗੇ, ਨੋ। ਹਰ ਸਾਲ ਤੁਹਾਨੂੰ ਇਹਨਾਂ ਨੂੰ ਪੈਸਾ ਦੇਣਾ ਪਏਗਾ। ਅਗਰ ਇਸ ਸਾਲ ਤੁਸੀਂ ਇੰਟਰਸਟ ਨਹੀਂ ਦੇ ਸਕੇ ਤਾਂ ਨੈਕਸਟ ਟਾਈਮ ਜਦੋਂ 10-12% ਹੋਰ ਦੇਣਾ ਹੈ ਤਾਂ ਡਬਲ ਪੈਸਾ ਤੁਹਾਨੂੰ ਦੇਣਾ ਪਏਗਾ। ਇਹਦੇ ਵਿੱਚ ਸਕਿਪਿੰਗ ਦੀ ਪ੍ਰੋਬਲਮ ਨਹੀਂ, ਸਕਿਪਿੰਗ ਬੈਨੀਫਿਟ ਨਹੀਂ ਹੈਗਾ। ਪ੍ਰੈਫਰੈਂਸ ਸਾਨੂੰ ਜੇ ਵੀ ਬੈਨੀਫਿਟ ਹੁੰਦਾ ਕਿ ਲਿਕੁਇਡੇਸ਼ਨ ਸਭ ਤੋਂ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ। ਜਦੋਂ ਕੋਈ ਕੰਪਨੀ ਲਿਕੁਇਡ ਹੋਣੀ ਜਾ ਰਹੀ ਹੈ, ਮੀਨਸ ਖਤਮ ਹੋਣ ਜਾ ਰਹੀ ਹੈ ਜਾਂ ਬੰਦ ਹੋਣ ਜਾ ਰਹੀ ਹੈ, ਲਿਕੁਇਡੇਸ਼ਨ ਦੇ ਟਾਈਮ ਤੇ ਜੋ ਇਹਨਾਂ ਦਾ ਪੈਸਾ ਪ੍ਰੋਪਰ ਬਣਦਾ ਹੋਊਗਾ ਵਿਦ ਇੰਟਰਸਟ ਕੰਪਨੀ ਨੂੰ ਪੇ ਕਰਨਾ ਹੀ ਪੈਂਦਾ ਹੈ। ਅਗਰ ਕੁਝ ਪੈਂਡਿੰਗਸ ਵੀ ਨੇ ਤਾਂ ਉਹ ਵੀ ਤੁਹਾਨੂੰ ਦੇਣੇ ਪੈਣਗੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਪੈਸੇ ਘੱਟ ਨੇ, ਜਿੱਥੋਂ ਮਰਜ਼ੀ ਅਰੇਂਜਮੈਂਟ ਕਰਨੇ ਪੈਣੇ, ਇਹਨਾਂ ਨੂੰ ਪੇਮੈਂਟ ਦੇਣੀ ਹੀ ਪੈਂਦੀ ਹੈ। ਟਾਈਪਸ ਆਫ ਪ੍ਰੈਫਰੈਂਸ ਸ਼ੇਅਰਸ ਲਿਖੇ ਨੇ। ਪ੍ਰੈਫਰੈਂਸ ਸ਼ੇਅਰਸ ਕਿੰਨੇ ਪ੍ਰਕਾਰ ਦੇ ਹੋਣਗੇ? ਕਮੂਲੇਟਿਵ ਐਂਡ ਨਾਨ ਕਮੂਲੇਟਿਵ। ਕਮੂਲੇਟਿਵ ਪ੍ਰੈਫਰੈਂਸ ਸ਼ੇਅਰਸ ਉਹ ਪ੍ਰੈਫਰੈਂਸ ਸ਼ੇਅਰਸ ਹੁੰਦੇ ਨੇ ਜਦੋਂ ਵੀ ਕਿਤੇ ਕੰਪਨੀ ਦੇ ਵਿੱਚ ਡਿਵੀਡੈਂਡ ਐਕਸਟਰਾ ਮਿਲ ਰਿਹਾ ਹੈ ਤਾਂ ਇਹ ਐਕਸਟਰਾ ਡਿਵੀਡੈਂਡ ਬੋਲ ਸਕਦੇ ਹੈਗੇ ਨੇ। ਮੀਨਸ ਕੰਪਨੀ ਨੂੰ ਜ਼ਿਆਦਾ ਪ੍ਰੋਫਿਟ ਹੋਇਆ ਹੈ ਤਾਂ ਐਕਸਟਰਾ ਪ੍ਰੋਫਿਟ ਲਈ ਵੀ ਬੋਲ ਸਕਦੇ ਨੇ। ਨਾਨ ਕਮੂਲੇਟਿਵ ਹੋਣਗੇ ਜਿਨ੍ਹਾਂ ਨੂੰ ਫਿਕਸ ਰੇਟ ਆਫ ਇੰਟਰਸਟ ਹੋਊਗਾ ਕਿ ਉਹ ਨਹੀਂ ਪੈਸੇ ਸਿਰਫ ਇਹਨਾਂ ਨੂੰ ਮਿਲਣ ਵਾਲੇ। ਪਾਰਟਿਸਿਪੇਟ ਨਾਨ ਪਾਰਟਿਸਿਪੇਟਸ ਹੋਣਗੇ ਜਿਹੜੇ ਕੰਪਨੀ ਦੇ ਵਿੱਚ ਵੋਟਿੰਗ ਰਾਈਟਸ ਜਿਨ੍ਹਾਂ ਨੂੰ ਮਿਲੇ ਹੋਣ, ਮੀਨਸ ਮੀਟਿੰਗ ਦੇ ਵਿੱਚ ਪਾਰਟਿਸਿਪੇਟਸ ਕਰ ਸਕਦੇ ਨੇ, ਉਹ ਪਾਰਟਿਸਿਪੇਟਸ ਪ੍ਰੈਫਰੈਂਸ ਸ਼ੇਅਰਸ ਹੋਣਗੇ। ਨਾਨ ਪਾਰਟਿਸਿਪੇਟਸ ਹੋਣਗੇ ਜੋ ਸਿਰਫ ਫਿਕਸ ਨੇ, ਕੰਪਨੀ ਦੇ ਵਿੱਚ ਵੀ ਇਹਨੇ ਰੇਟ ਆਫ ਇੰਟਰਸਟ ਹੀ ਲੈਣਾ, ਹੋਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੋਊਗਾ। ਕਨਵਰਟੇਬਲ ਨਾਨ ਕਨਵਰਟੇਬਲ। ਕਨਵਰਟੇਬਲ ਪ੍ਰੈਫਰੈਂਸ ਸ਼ੇਅਰਸ ਹੋਣਗੇ ਜਿਹੜੇ ਆਪਣੇ ਟਾਈਮ ਪੀਰੀਅਡ ਖਤਮ ਹੋਣ ਤੋਂ ਬਾਅਦ ਇਕੁਇਟੀ ਦੇ ਵਿੱਚ ਕਨਵਰਟ ਹੋਣਗੇ। ਡਿਬੈਂਚਰ ਦੇ ਵਿੱਚ ਨਹੀਂ ਹੁੰਦੇ, ਅਪਰ ਸਟੇਟਸ ਤੇ ਜਾਣਗੇ, ਇਕੁਇਟੀ ਦੇ ਵਿੱਚ ਕਨਵਰਟ ਹੋ ਸਕਦੇ ਨੇ। ਨਾਨ ਕਨਵਰਟੇਬਲ ਜੋ ਸਿਰਫ ਪ੍ਰੈਫਰੈਂਸ ਸਿੰਪਲ ਰਹਿੰਦੇ ਨੇ, ਟਾਈਮ ਪੀਰੀਅਡ ਖਤਮ ਹੋਣ ਤੇ ਰਿਡੀਮ ਹੋ ਕੇ ਵਾਪਿਸ ਹੋ ਜਾਂਦਾ ਪੈਸਾ। ਫਿਰ ਹੈਗਾ ਡਿਬੈਂਚਰਸ। ਜਦੋਂ ਕੰਪਨੀ ਨੂੰ ਕਹਿੰਦਾ ਲੌਂਗ ਟਾਈਮ ਸੋਰਸ ਵਿੱਚ ਪੈਸਾ ਚਾਹੀਦਾ ਹੈ ਤਾਂ ਕੰਪਨੀ ਇੱਕ ਤਰ੍ਹਾਂ ਦਾ ਲੋਨ ਜਿਵੇਂ ਮਾਰਕੀਟ ਦੇ ਵਿੱਚ ਇਕੱਠਾ ਕਰ ਸਕਦੀ ਹੈ, ਇਹ ਡਿਬੈਂਚਰਸ ਇਸ਼ੂ ਵੀ ਕਰ ਸਕਦੀ ਹੈ। ਡਿਬੈਂਚਰਸ ਕੰਪਨੀ ਦੇ ਓਨਰਸ਼ਿਪ ਰਾਈਟ ਦੇ ਵਿੱਚ ਨਹੀਂ ਆਉਂਦੇ। ਕੰਪਨੀ ਦਾ ਸੋਰਸ ਆਫ ਫੰਡ ਹੈਗਾ ਜਿਹਨੂੰ ਕੰਪਨੀ ਕ੍ਰੈਡੀਬਿਲਿਟੀ ਵਿੱਚ ਇਸ ਤੇ ਯੂਜ਼ ਕਰਦੀ ਹੈ। ਓਨਰਸ਼ਿਪ ਦੇ ਵੀ ਸਿਰਫ ਇਕੁਇਟੀ ਐਂਡ ਪ੍ਰੈਫਰੈਂਸ ਹੀ ਪਰਸਨਸ ਆਉਂਦੇ ਨੇ। ਫੀਚਰਸ ਕੀ ਹੋਣਗੇ ਡਿਬੈਂਚਰ ਦੇ? ਇਹਦੇ ਵਿੱਚ ਫਿਕਸ ਰੇਟ ਆਫ ਇੰਟਰਸਟ ਹੁੰਦਾ ਹੈਗਾ। ਇਹਦੇ ਵਿੱਚ ਮੈਚਿਓਰਿਟੀ ਟਾਈਮ ਬੋਰਡ ਵੀ ਫਿਕਸ ਹੁੰਦਾ ਹੈਗਾ ਕਿ ਇੰਨੇ ਟਾਈਮ ਬਾਅਦ ਮੈਚਿਓਰ ਹੋਣੇ ਹੀ ਹੋਣੇ ਹੈਗੇ ਨੇ। ਰਿਡਮਪਸ਼ਨਸ ਜਦੋਂ ਵੀ ਇਹਨਾਂ ਟਾਈਮ ਪੀਰੀਅਡ ਖਤਮ ਹੁੰਦਾ ਤਾਂ ਕੰਪਨੀ ਇਹਨਾਂ ਨੂੰ ਰਿਡੀਮ ਕਰ ਲੈਂਦੀ ਹੈ। ਮੋਸਟ ਰੇਅਰ ਚਾਂਸ ਹੁੰਦਾ ਕਿ ਇਹ ਕਨਵਰਟ ਹੁੰਦੇ ਨੇ, ਅਦਰਵਾਈਜ਼ ਰਿਡੀਮ ਹੀ ਹੁੰਦੇ ਨੇ।
ਇਹਦੇ ਬੈਨੀਫਿਟ ਕੀ ਹੋਣਗੇ? ਕੰਪਨੀ ਈਜ਼ੀਲੀ ਬਿਜ਼ਨਸ ਮਾਰਕੀਟ 'ਚ ਪੈਸੇ ਇਕੱਠਾ ਕਰ ਸਕਦੀ ਹੈ, ਘੱਟ ਰੇਟ ਆਫ ਇੰਟਰਸਟ ਕੰਪਨੀ ਨੂੰ ਪੈਸਾ ਇਕੱਠਾ ਹੋ ਜਾਏਗਾ, ਔਰ ਜਦੋਂ ਮਰਜ਼ੀ ਕੰਪਨੀ ਚਾਹੇ ਇਹਨੂੰ ਰਿਡੀਮ ਕਰ ਸਕਦੀ ਹੈ। ਇਹਦੇ ਵਿੱਚ ਟਾਈਮ ਪੀਰੀਅਡ ਹੁੰਦਾ ਹੈਗਾ ਕਿ 1 ਸਾਲ। 1 ਸਾਲ ਤੋਂ ਪਹਿਲਾਂ ਕੰਪਨੀ ਰਿਡੀਮ ਨਹੀਂ ਕਰ ਸਕਦੀ। ਮੰਨ ਲਓ ਅੱਜ ਇਸ਼ੂ ਕਰਦੇ 365 ਦਿਨ ਬਾਅਦ ਵੀ ਚਾਹੇ ਰਿਡੀਮ ਕਰਨਾ ਚਾਹੇ ਤਾਂ ਰਿਡੀਮ ਵੀ ਕੰਪਨੀ ਕਰ ਸਕਦੀ ਹੈ, ਕਿਉਂਕਿ ਇਹਦੇ ਵਿੱਚ ਕੋਈ ਫਿਕਸ ਨਹੀਂ ਹੈ ਕਿ 5 ਸਾਲ ਲਈ ਇਸ਼ੂ ਕੀਤੇ ਤਾਂ 5 ਸਾਲ ਲਗਾਤਾਰ ਰਹਿਣਗੇ। ਅਗਰ ਕੰਪਨੀ ਨੂੰ ਲੱਗਦਾ ਹੈ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ, ਅਸੀਂ ਪੈਸਾ ਵਾਪਸ ਕਰਨਾ ਚਾਹੁੰਦੇ ਤਾਂ ਕੰਪਨੀ ਰਿਡੀਮ ਵੀ ਕਰ ਸਕਦੀ ਹੈ, ਲੇਕਿਨ 1 ਸਾਲ ਕੰਪਨੀ ਨੂੰ ਆਪਣੇ ਕੋਲ ਰੱਖਣਾ ਜ਼ਰੂਰੀ ਹੁੰਦਾ ਹੈ। ਇਹਦੇ ਕੁਝ ਲਿਮਿਟੇਸ਼ਨ ਹੋਣਗੇ ਕਿ ਇਹਦੇ ਵਿੱਚ ਇੰਟਰਸਟ ਰੈਗੂਲਰਲੀ ਪੇ ਕਰਨਾ ਪੈਂਦਾ ਹੈਗਾ। ਹਾਂ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰੋਫਿਟ ਨਹੀਂ ਹੋਇਆ, ਉੱਥੇ ਐਡਜਸਟਮੈਂਟ ਹੋ ਜਾਂਦੀ, ਲੇਕਿਨ ਇੰਟਰਸਟ ਰੈਗੂਲਰਲੀ ਇਹਦੇ ਵਿੱਚ ਪੇ ਹੁੰਦਾ ਹੈਗਾ। ਕੁਝ ਸਾਨੂੰ ਐਕਸਟਰਾ ਪੇ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ। ਜਦੋਂ ਵੀ ਕਿਤੇ ਕੰਪਨੀ ਦੇ ਵਿੱਚ ਪੈਸੇ ਦੀ ਕਮੀ ਆਊਗੀ ਜਾਂ ਰਿਸਕ ਆਣਗੇ ਤਾਂ ਸਭ ਤੋਂ ਪਹਿਲਾਂ ਪੈਸਾ ਜਿਹੜਾ ਵਾਪਸ ਹੋਊਗਾ ਡਿਬੈਂਚਰ ਹੋਲਡਰ ਮੀਨਸ ਜਿਹੜੇ ਲੋਨ ਵਾਲੇ ਪਰਸਨਸ ਨੇ ਉਹਨਾਂ ਨੂੰ ਹੀ ਦੇਣਾ ਪੈਂਦਾ ਹੈਗਾ। ਡਿਬੈਂਚਰਸ ਵੀ ਡਿਫਰੈਂਟ ਟਾਈਪਸ ਦੇ ਹੋਣਗੇ। ਸਭ ਤੋਂ ਪਹਿਲਾਂ ਲਿਖਿਆ ਹੈਗਾ ਔਨ ਦੀ ਬੇਸਿਸ ਆਫ ਸਿਕਿਉਰਿਟੀ। ਸਿਕਿਉਰਿਟੀ ਮੀਨਸ ਜਿਨ੍ਹਾਂ ਪਰਸਨ ਨੂੰ ਤੁਸੀਂ ਸਿਕਿਉਰਿਟੀ ਬੇਸ ਤੇ ਕੋਈ ਪੈਸਾ ਦਿੱਤਾ ਹੋਇਆ। ਡਿਬੈਂਚਰਸ ਦੇ ਵਿੱਚ ਮੋਸਟਲੀ ਕੰਪਨੀ ਇਦਾਂ ਕਰਦੀਆਂ ਹੈਗੀਆਂ ਨੇ, ਵੀ ਸ਼ਾਇਦ ਆਪਾਂ ਪਹਿਲੀ ਕਲਾਸ ਵੀ ਕਰਿਆ ਸੀਗਾ। ਅਗਰ ਕਿਸੇ ਕੰਪਨੀ ਕੋਈ ਵੀ ਬੈਲੈਂਸ ਸ਼ੀਟ ਬਣੀ ਹੋਈ ਹੈ, इधर लायबिलिटी साइड, इधर एसेट साइड। लायबिलिटी ਦੇ ਵਿੱਚ ਕੰਪਨੀ ਕੋਲ ਇਕੁਇਟੀ ਹੈ, ਪ੍ਰੈਫਰੈਂਸ ਹੈ, ਡਿਬੈਂਚਰਸ ਹੈ। ਅਸੀਂ ਕਹਿੰਦੇ 10 ਲੱਖ ਦੇ ਨੇ, 10 ਦੇ ਨੇ, 20 ਦੇ, ਮੇਬੀ ਕੰਪਨੀ ਦੀ ਕੈਪੀਟਲ 40 ਲੱਖ ਦੀ ਹੈ ਤਾਂ ਜਿਹੜੀਆਂ ਇੱਥੇ ਐਸੈਟਸ ਹੋਣਗੀਆਂ ਹੋ ਸਕਦਾ ਚਾਹੇ ਕੰਪਨੀ ਕੋਲ ਬੈਂਕ ਬੈਲੈਂਸ ਹੈ ਚਾਹੇ ਫਿਕਸ ਐਸੈਟ ਨੇ। ਅਗਰ ਉਹ ਟੋਟਲ 40 ਲੱਖ ਦੀਆਂ ਇੱਧਰ ਵੀ ਹੈਗੀਆਂ ਨੇ ਤਾਂ ਹਮੇਸ਼ਾ ਹੀ ਸਿਕਿਉਰਿਟੀ ਬੇਸਡ ਰਹਿੰਦੇ ਨੇ। ਅਗਰ ਇਹਨਾਂ ਨੇ 20 ਲੱਖ ਲਗਾਇਆ ਤਾਂ ਇਹਨਾਂ ਨੂੰ ਸਿਕਿਉਰਿਟੀ 40 ਲੱਖ ਦੀ ਹੈ ਕਿ ਜਦੋਂ ਵੀ ਬਾਈ ਦਾ ਵੀ ਕੰਪਨੀ 'ਚ ਕਦੀ ਕੋਈ ਪ੍ਰੋਬਲਮਸ ਆਊਗੀ ਤਾਂ ਕੰਪਨੀ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਪੈਸਾ ਇਹਨਾਂ ਨੂੰ ਪ੍ਰੋਵਾਈਡ ਕਰੂਗੀ। ਅਗਰ ਇਹ ਪਰਸਨ ਨੇ ਤਾਂ ਇਹਨਾਂ ਨੂੰ ਵੀ ਸਿਕਿਉਰਿਟੀ 40 ਲੱਖ ਦੀ ਹੈ, ਇਹ ਵੀ ਪਰਸਨ ਨੇ ਤਾਂ ਇਹਨਾਂ ਨੂੰ ਵੀ ਸਿਕਿਉਰਿਟੀ 40 ਲੱਖ ਦੀ ਹੈ, ਤਾਂ ਹਮੇਸ਼ਾ ਸਿਕਿਉਰਡ ਹੁੰਦੇ ਨੇ। ਇਦਾਂ ਦਾ ਨਹੀਂ ਹੈ ਕਿ ਕੰਪਨੀ ਇਹ ਪੈਸਾ ਕਦੀ ਵੀ ਕਿਤੇ ਵੀ ਯੂਜ਼ ਕਰ ਲੂਗੀ, ਇਹਨਾਂ ਨੂੰ ਫ੍ਰੀ ਕਰ ਦਊਗੀ। ਕੰਪਨੀ ਨੇ ਫਰਦਰ ਫਿਊਚਰ ਦੇ ਵਿੱਚ ਇਹਨਾਂ ਨੂੰ ਕੋਈ ਡਿਵੀਡੈਂਡ ਪੇ ਕਰਨਾ ਹੈ ਜਾਂ ਕਿਤੇ ਕੋਈ ਹੋਰ ਇਨਵੈਸਟਮੈਂਟ ਕਰਨੀ ਹੈ ਜਾਂ ਕਿਸੇ ਦੇ ਸ਼ੇਅਰ ਵਾਪਸ ਕਰਨੇ ਨੇ, ਇਸ ਪੈਸੇ ਨੂੰ ਕੰਪਨੀ ਕਦੀ ਨਹੀਂ ਯੂਜ਼ ਕਰ ਸਕਦੀ। ਇਹ ਪੈਸਾ ਹਮੇਸ਼ਾ ਸਿਕਿਉਰਿਟੀ ਬੇਸ ਤੇ ਕੰਪਨੀ ਨੂੰ ਸ਼ੋ ਕਰਨਾ ਹੀ ਪੈਂਦਾ ਕਿ ਸਾਡੇ ਕੋਲ ਆਲਵੇਸ ਪੈਸਾ ਹੈਗਾ ਹੀ ਹੈਗਾ। अनसिक्योर्ड होंगे तो ये सिक्योरिटी बेस पे पैसे हैं, इनको क्या कहते हैं? डिबेंचर। नो ये तो ये हमारे डिबेंचर तो यहाँ पे हैं। ये कंपनी की फिक्स एसेट भी हो सकती हैं, बैंक बैलेंस भी हो सकते हैं, कुछ भी हो सकते हैं जो कंपनी की एसेट साइड में रहेंगे। अनसिक्योर्ड होंगे ने जिहदे विच किसी प्रकार की कोई सिक्योरिटी कंपनी प्रोवाइड नहीं करती, लेकिन कंपनी कहती कि हाँ असं थोड़े पैसे टाइम नाल वापस कर देंगे, लेकिन उहदे विच कंपनी अपना बेनीफिट देखती, लेकिन थोड़ा कोई प्रेफरेंस नहीं मिल रही, कोई सिक्योरिटी बेस पे कुछ नहीं लिख के देंगे कंपनी की तुहानूं कोई ऐसी सिक्योरिटी बेस से दे रही। ऑन दी बेसिस ऑफ कन्वर्टेबिलिटी डिबेंचर्स कन्वर्टेबल भी होंगे, नॉन कन्वर्टेबल। कन्वर्टेबल होंगे जो अपना टाइम पीरियड खत्म होने 5 साल बाद किसी ना किसी प्रेफरेंस या फिर इक्विटी कन्वर्ट होंगे। नॉन कन्वर्टेबल होंगे जो कन्वर्ट नहीं हो सकते, टाइम पीरियड खत्म होने के बाद थोड़ा पैसा जो है वापस हो जाएगा। ऑन दी बेसिस ऑफ रिडीमेबिलिटी रिडीमेबल इरिडीमेबल। रिडीमेबल होंगे 5 साल बाद, 10 साल बाद, जो जिन टाइम भी इशू होए नहीं, टाइम पीरियड खत्म होया ਉਦੋਂ ਤੁਹਾਡੇ ਰਿਡੀਮ ਕਰ ਲਏ ਜਾਣਗੇ। ਜਦੋਂ ਵੀ ਰਿਡੀਮ ਹੋਣਗੇ ਦੋ ਤਰੀਕੇ ਨਾਲ ਹੋ ਸਕਦੇ ਨੇ, ਐਟ ਪਾਰ ਹੋ ਸਕਦੇ ਨੇ ਜਾਂ ਫਿਰ ਐਟ ਪ੍ਰੀਮੀਅਮ ਹੋ ਸਕਦੇ ਨੇ। ਕਦੀ ਵੀ ਇਸ਼ੂ ਕੰਪਨੀ ਕਰ ਸਕਦੀ ਹੈ ਐਟ ਪਾਰ ਸੇਮ ਵੈਲਿਊ ਦੇ ਉੱਪਰ, ਪ੍ਰੀਮੀਅਮ ਦੇ ਉੱਪਰ, ਡਿਸਕਾਊਂਟ ਦੇ ਉੱਪਰ, ਲੇਕਿਨ ਜਦੋਂ ਰਿਡੀਮ ਹੋਊਗਾ ਦੋ ਤਰੀਕੇ ਨਾਲ। ਸੇਮ ਵੈਲਿਊ ਜਿੰਨੇ ਦਾ ਤੁਸੀਂ ਕੰਪਨੀ ਨੂੰ ਪੈਸਾ ਦਿੱਤਾ ਸੀ ਉਨੇ ਪੈਸੇ ਕੰਪਨੀ ਵਾਪਸ ਦੇ ਦੂਗੀ, ਜਾਂ ਫਿਰ ਜਿੰਨੇ ਤੁਸੀਂ ਕੰਪਨੀ ਨੂੰ ਪੈਸੇ ਦਿੱਤੇ ਸੀ ਉਸ ਤੋਂ ਪਲੱਸ ਕੰਪਨੀ ਤੁਹਾਨੂੰ ਪੈਸੇ ਦੇ ਦੂਗੀ। ਕੰਪਨੀ ਦਾ ਉੱਥੇ ਨੁਕਸਾਨ ਹੁੰਦਾ ਹੈ ਤੇ ਇਸ ਤਰ੍ਹਾਂ ਕੰਪਨੀ ਰਿਡੀਮ ਕਰ ਸਕਦੀ ਹੈ। इरिडीमेबल वो होंगे ਜਿਹੜੇ ਲਗਾਤਾਰ ਕੰਪਨੀ ਨਾਲ ਜੁੜੇ ਰਹਿਣਗੇ, ਉਹ ਰਿਡੀਮ ਹੋਣੇ ਹੀ ਨਹੀਂ ਹੈ। ਆਫਟਰ ਟਾਈਮ ਪੀਰੀਅਡ ਜਦੋਂ ਡਿਬੈਂਚਰ ਟਾਈਮ ਪੀਰੀਅਡ ਖਤਮ ਹੋਊਗਾ ਕਿਸੇ ਹੋਰ ਕਲਾਸ ਦੇ ਵਿੱਚ ਕਨਵਰਟ ਹੋਣਗੇ, ਕੰਪਨੀ ਤੁਹਾਨੂੰ ਪੈਸਾ ਵਾਪਸ ਨਹੀਂ ਕਰਦੀ। ਔਨ ਦੀ ਬੇਸਿਸ ਆਫ ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਮੀਨਸ ਜਿਹੜੇ ਰਜਿਸਟਰਡ ਡਿਬੈਂਚਰਸ ਨੇ, ਅਗਰ ਕੰਪਨੀ ਨੇ ਤੁਹਾਡੀ ਰਜਿਸਟ੍ਰੇਸ਼ਨ ਪਹਿਲਾਂ ਹੀ ਆਪਣੀ ਮੈਮੋਰੈਂਡਮ ਆਫ ਐਸੋਸੀਏਸ਼ਨ ਦੇ ਵਿੱਚ ਕਰਵਾਈ ਹੋਈ ਹੈ, ਪਲੱਸ ਤੁਹਾਡਾ ਨਾਮ ਜੋ ਕੰਪਨੀ ਦੇ ਰਜਿਸਟਰ ਦੇ ਵਿੱਚ ਵੀ ਚੜਿਆ ਹੋਇਆ, ਉਹਨੂੰ ਅਸੀਂ ਰਜਿਸਟਰਡ ਡਿਬੈਂਚਰਸ ਕਹਿੰਦੇ ਹੈਗੇ। ਕੰਪਨੀ ਨੂੰ ਆਪਣਾ ਸ਼ੇਅਰ ਹੋਲਡਰ ਦਾ ਵੀ ਰਜਿਸਟਰ ਮੇਨਟੇਨ ਕਰਨਾ ਪੈਂਦਾ, ਅਗਰ ਤੁਹਾਡਾ ਨਾਮ ਉੱਥੇ ਚੜਿਆ ਹੋਇਆ ਤਾਂ ਰਜਿਸਟਰਡ ਡਿਬੈਂਚਰਸ ਹੋਗੀ। ਇੱਕ ਹੋ ਗਿਆ ਬੀਅਰਰ ਡਿਬੈਂਚਰ, ਸਿਰਫ ਕੰਪਨੀ ਨੇ ਤੁਹਾਨੂੰ ਸਰਟੀਫਿਕੇਟ ਇਸ਼ੂ ਕੀਤੇ ਹੋਏ ਨੇ, ਤੁਹਾਡਾ ਨਾਮ ਕੰਪਨੀ ਦੀ ਲਿਸਟ ਦੇ ਵਿੱਚ ਨਹੀਂ ਹੈ, ਮੀਨਸ ਕੰਪਨੀ ਨੇ ਮੈਮੋਰੈਂਡਮ ਆਫ ਐਸੋਸੀਏਸ਼ਨ ਤੁਹਾਨੂੰ ਡਿਫਾਈਨ ਨਹੀਂ ਕੀਤਾ ਹੋਇਆ ਸੀਗਾ, ਤਾਂ ਉਹਨਾਂ ਨੂੰ ਅਸੀਂ ਬੀਅਰਰ ਡਿਬੈਂਚਰਸ ਵੀ ਕਹਿੰਦੇ ਹੈਗੇ। ਔਨ ਦੀ ਬੇਸਿਸ ਆਫ ਪ੍ਰਾਇੋਰਟੀ। ਪ੍ਰਾਇੋਰਟੀ ਦਾ ਮਤਲਬ ਹੋ ਗਿਆ ਸਭ ਤੋਂ ਪਹਿਲਾਂ ਲਿਖਿਆ ਹੈਗਾ ਪ੍ਰੈਫਰਡ ਡਿਬੈਂਚਰਸ। ਪ੍ਰੈਫਰਡ ਡਿਬੈਂਚਰਸ ਜਿਨ੍ਹਾਂ ਨੂੰ ਜਦੋਂ ਵੀ ਕੰਪਨੀ ਬੰਦ ਹੋਊਗੀ ਸਭ ਤੋਂ ਪਹਿਲਾਂ ਪੈਸਾ ਮਿਲਣਾ ਹੈਗਾ, ਉਹਨਾਂ ਨੂੰ ਅਸੀਂ ਪ੍ਰੈਫਰਡ ਡਿਬੈਂਚਰਸ ਕਹਿੰਦੇ ਹਾਂ। ਦੂਸਰਾ ਹੈਗਾ ਆਰਡੀਨਰੀ ਡਿਬੈਂਚਰਸ। ਆਰਡੀਨਰੀ ਡਿਬੈਂਚਰਸ ਜੇ ਮੰਨ ਲਓ ਕੰਪਨੀ ਦੋ ਪ੍ਰਕਾਰ ਦੇ ਨੇ, ਪਹਿਲਾਂ ਪ੍ਰੈਫਰੈਂਸ ਵਾਲਿਆਂ ਨੂੰ ਪੈਸਾ ਮਿਲੂਗਾ, ਦੂਸਰਾ ਜਿਹੜੇ ਆਰਡੀਨਰੀ ਡਿਬੈਂਚਰਸ ਨੇ ਫਿਰ ਉਹਨਾਂ ਨੂੰ ਪੈਸਾ, ਉਸ ਤੋਂ ਬਾਅਦ ਅਗਲੇ ਬੈਸ ਪਰਸਨਸ ਨੂੰ ਪੈਸੇ ਮਿਲਦੇ ਚਲੇ ਜਾਣਗੇ। ਡੈਬਟ ਵਰਸਸ ਇਕੁਇਟੀ ਫਾਈਨੈਂਸਿੰਗ। ਦੋਨਾਂ ਵਿੱਚ ਅਗਰ ਡਿਫਰੈਂਸ ਦੇਖਣਾ ਹੋਵੇ, ਇਕੁਇਟੀ ਫਾਈਨੈਂਸਿੰਗ ਕੰਪਨੀ ਦੇ ਪਰਮਾਨੈਂਟ ਸੋਰਸ ਆਫ ਫਾਈਨੈਂਸਿੰਗ ਹੈ, ਡੈਬਟ ਫਾਈਨੈਂਸਿੰਗ ਕੰਪਨੀ ਦਾ ਪਰਮਾਨੈਂਟ ਸੋਰਸ ਆਫ ਫਾਈਨੈਂਸਿੰਗ ਨਹੀਂ ਹੈ। ਇਕੁਇਟੀ ਦੇ ਵਿੱਚ ਬੈਨੀਫਿਟ ਇਹ ਹੋਊਗਾ ਕਿ ਕੰਪਨੀ ਨੂੰ ਡਿਵੀਡੈਂਡ ਵਿੱਚ ਐਡਜਸਟਮੈਂਟ ਕਰੀ ਜਾ ਸਕਦੀ ਹੈ, ਲੇਕਿਨ ਡਿਬੈਂਚਰ ਦੇ ਵਿੱਚ ਜਿਹੜਾ ਇੰਟਰਸਟ ਹੈ
ਉਹਦੇ ਵਿੱਚ ਕੋਈ ਚੇਂਜਸ ਨਹੀਂ ਹੁੰਦੇ ਕਿ ਫਿਕਸ ਰੇਟ ਆਫ ਇੰਟਰਸਟ ਹੁੰਦਾ, ਉਹ ਕੰਪਨੀ ਨੂੰ ਪੇ ਕਰਨਾ ਹੀ ਪੈਂਦਾ ਹੈਗਾ। ਲੇਕਿਨ ਹਾਂ ਪ੍ਰੈਫਰੈਂਸ ਤੋਂ ਘੱਟ ਹੁੰਦਾ ਰੇਟ ਆਫ ਇੰਟਰਸਟ, ਇਹਨਾਂ ਨੂੰ ਪੇ ਕਰਨਾ ਹੀ ਪੈਂਦਾ ਹੈਗਾ। ਇਹ ਸੀਗਾ ਤੁਹਾਡਾ ਸੈਕਿੰਡ ਟੌਪਿਕ ਜਿਹੜਾ ਹੋਇਆ ਖਤਮ। ਅਗਰ ਕੋਈ ਪੁਆਇੰਟ ਲੱਗਦਾ ਹੈ ਪੁੱਛਣਾ ਵਾਲਾ ਤਾਂ ਪੁੱਛ ਸਕਦੇ ਹਾਂ। ਨੈਕਸਟ ਟੌਪਿਕ ਜਿਹੜਾ ਸਾਡਾ ਹੈਗਾ ਮਨੀ ਮਾਰਕੀਟ ਇੰਸਟਰੂਮੈਂਟਸ। ਵੈਸੇ ਅਗਰ ਕੰਪਨੀ ਮਾਰਕੀਟ ਦੀ ਗੱਲ ਕਰੀਏ ਤਾਂ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਹੈ ਦੋ ਤਰੀਕੇ ਨਾਲ ਡੀਲ ਕਰਦੀ ਹੈ। ਇੱਕ ਤਾਂ ਹੈਗੀ ਕੈਪੀਟਲ ਮਾਰਕੀਟ ਜਿਹਨੂੰ ਅਸੀਂ ਪ੍ਰਾਇਮਰੀ ਮਾਰਕੀਟ ਵੀ ਕਹਿ ਸਕਦੇ ਹਾਂ, ਦੂਸਰੀ ਸਾਡੇ ਕੋਲ ਆਉਂਦੀ ਹੈ ਮਨੀ ਮਾਰਕੀਟ। ਕੈਪੀਟਲ ਮਾਰਕੀਟ ਜਿਹੜੀ ਕੰਪਨੀ ਦੀ ਲੌਂਗ ਟਰਮ ਫਾਈਨਾਂਸ ਦੇ ਨਾਲ ਡੀਲ ਕਰਦੀ ਹੈਗੀ ਹੈ। ਜਿਹੜੀ ਮਨੀ ਮਾਰਕੀਟ ਹੈ ਕੰਪਨੀ ਦੀ ਮਾਰਕੀਟ ਦੇ ਵਿੱਚ ਸ਼ਾਰਟ ਟਰਮ ਫਾਈਨਾਂਸ ਦੇ ਨਾਲ ਡੀਲ ਕਰਦੀ ਹੈ। ਇਹ ਟੌਪਿਕ ਮੋਸਟਲੀ ਜਿਹੜਾ ਸਾਡਾ ਡੀਲ ਕਰਦੇ ਮਨੀ ਮਾਰਕੀਟ ਇੰਸਟਰੂਮੈਂਟਸ ਮੀਨਸ ਸਾਡੇ ਕੋਲ ਸ਼ਾਰਟ ਟਰਮ ਮਨੀ ਮਾਰਕੀਟਸ ਕਿਹੜੀਆਂ ਨੇ, ਮੀਨਸ ਕਿੱਥੇ ਕਿੱਥੇ ਸਾਨੂੰ ਪੈਸਾ ਇਕੱਠਾ ਹੋ ਸਕਦਾ ਮਾਰਕੀਟ ਦੇ ਵਿੱਚੋਂ। ਜਿਹੜੀ ਇੰਡੀਅਨ ਮਨੀ ਮਾਰਕੀਟ ਹੈ, ਇੰਡੀਆ ਦੇ ਵਿੱਚ ਅਗਰ ਅਸੀਂ ਪੈਸੇ ਦਾ ਲੈਣ ਦੇਣ ਬਾਰੇ ਦੇਖੀਏ ਤਾਂ ਕਿਹੜੀਆਂ ਸੰਸਥਾਨ ਨੇ ਜਿਹੜੀਆਂ ਇਹਦੇ ਵਿੱਚ ਡੀਲ ਕਰ ਰਹੀਆਂ ਨੇ। ਸਭ ਤੋਂ ਪਹਿਲਾਂ RBI, ਰਿਜ਼ਰਵ ਬੈਂਕ ਆਫ ਇੰਡੀਆ, ਗਵਰਨਮੈਂਟ ਆਫ ਇੰਡੀਆ, LIC, SBI। ਇਹ ਮੋਸਟਲੀ ਸਾਡੇ ਸਭ ਤੋਂ ਮੇਨ ਜਿਹੜੇ ਅਸੀਂ ਕਹਿ ਸਕਦੇ ਹਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਿਹੜੀਆਂ ਪੈਸੇ ਦਾ ਲੈਣ ਦੇਣ ਮਾਰਕੀਟ ਦੇ ਵਿੱਚ ਇਲੀਵੇਸ਼ਨ ਨਾਲ ਫਲੋ ਲੈ ਕੇ ਚੱਲ ਰਹੀਆਂ ਨੇ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਮਨੀ ਮਾਰਕੀਟ ਇੰਸਟੀਟਿਊਸ਼ਨ। ਸਭ ਤੋਂ ਪਹਿਲਾਂ ਸਾਡੇ ਕੋਲ ਪਾਰਟਿਸਿਪੈਂਟਸ ਦੇ ਵਿੱਚ ਆ ਰਹੇ ਨੇ। ਇਹਦੇ ਵਿੱਚ ਸੱਚੀ ਨਾਲ NBFC ਵੀ ਲਿਖਿਆ, ਨॉन ਫਾਈਨੈਂਸ਼ੀਅਲ ਬੈਂਕਿੰਗ ਇੰਸਟੀਟਿਊਸ਼ਨਸ। ਇਹ ਵੀ ਗਵਰਨਮੈਂਟ ਨੇ ਕਈ ਸੰਸਥਾਨ ਸਾਡੇ ਕੋਲ ਸ਼ੁਰੂ ਕੀਤੇ ਨੇ, ਜਿਵੇਂ ਐਗਜ਼ਾਮਪਲ ਕਈ ਵੀ IDBI, ਇੰਡਸਟਰੀਅਲ ਬੈਂਕ ਡਿਵੈਲਪਮੈਂਟ ਆਫ ਇੰਡੀਆ ਹੈ। ਉਸ ਤੋਂ ਬਾਅਦ SIDBI, ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ, ਜਾਂ ਫਿਰ ਕੁਝ ਇਦਾਂ ਦੀਆਂ ਕੋਆਪਰੇਟਿਵ ਸੁਸਾਇਟੀਜ਼ ਜੋ ਸਿਰਫ ਰੂਰਲ ਏਰੀਆ ਡਿਵੈਲਪਮੈਂਟ ਲਈ ਲੱਗੀਆਂ ਹੋਈਆਂ ਨੇ। ਇਹ ਸਾਰੀਆਂ ਸੰਸਥਾਨ ਜਿਹੜੀਆਂ ਨੇ ਮਨੀ ਮਾਰਕੀਟ ਇੰਸਟਰੂਮੈਂਟਸ ਦੀ ਤਰ੍ਹਾਂ ਹੀ ਕੰਮ ਕਰਦੀਆਂ ਨੇ। ਇਹਦੇ ਵਿੱਚ ਜਿਹੜੇ ਪਾਰਟਿਸਿਪੈਂਟਸ ਹੋਣਗੇ ਮੀਨਸ ਕਿਸ ਤਰ੍ਹਾਂ ਕੌਣ ਪਰਸਨ ਜਿਹੜੇ ਕੰਮ ਕਰ ਰਹੇ ਨੇ। ਸਭ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ, ਉਹ ਤਾਂ ਪੁਆਇੰਟ ਕਲੀਅਰ ਹੀ ਹੋ ਗਿਆ ਕਿ ਸਾਡੀ ਇਕਨੋਮੀ ਦੇ ਵਿੱਚ RBI ਬੈਂਕ ਇਦਾਂ ਦਾ ਹੈਗਾ ਜਿਹੜਾ ਪੈਸੇ ਨੂੰ ਲੈਣ ਦੇਣ ਨੂੰ ਪ੍ਰੋਪਰ ਰੈਗੂਲੇਟ ਕਰਦਾ ਹੀ ਹੈਗਾ। ਜਦੋਂ ਮਾਰਕੀਟ ਵਿੱਚ ਪੈਸੇ ਦੀ ਲੋੜ ਹੈਗੀ ਹੈ, ਨਵੀਂ ਸੰਸਥਾਨ ਤੁਹਾਡੀ ਇਕਨੋਮੀ ਦੇ ਵਿੱਚ ਲੈ ਕੇ ਆਉਣਗੇ। ਅੱਜ ਦੇ ਟਾਈਮ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮੁਥੂਟ ਫਾਈਨਾਂਸ, ਜਨ ਲక్ష్ਮੀ ਬੈਂਕ, ਧਨ ਲక్ష్ਮੀ ਬੈਂਕਸ, ਇਦਾਂ ਦੇ ਕੁਝ ਬੈਂਕ ਸ਼ੁਰੂ ਹੋਏ ਨੇ। ਅਗਰ ਤੁਸੀਂ 50,000 ਤੱਕ ਦਾ ਲੋਨ ਈਜ਼ੀਲੀ ਬਿਸਾ ਲੈਣਾ ਹੈ ਵਿਦਆਊਟ ਸਿਕਿਉਰਿਟੀ ਤੁਸੀਂ ਲੈ ਸਕਦੇ ਹੋ। ਤੁਹਾਡੇ ਕੋਲ ਆਪਣੇ ਗਹਿਣੇ ਵਗੈਰਾ ਹੈਗੇ ਨੇ, ਤੁਸੀਂ ਮੁਥੂਟ ਫਾਈਨਾਂਸ ਤੋਂ ਲੋਨ ਲੈ ਸਕਦੇ ਹੋ। ਤੁਹਾਨੂੰ ਕਿਸੇ ਦੇ ਉੱਪਰ ਬਰਡਨ ਬਣਨ ਦੀ ਲੋੜ ਨਹੀਂ ਹੈ। 10,000 ਤੱਕ ਦਾ ਲੋਨ ਗਵਰਨਮੈਂਟ ਖੁਦ ਤੁਹਾਨੂੰ ਇਸ਼ੂ ਕਰ ਰਹੀਆਂ ਨੇ। ਇਹ RBI ਦੇ ਪ੍ਰੋਵੀਜ਼ਨਸ ਨੇ। ਅਗਰ ਟਾਈਮ ਨਾਲ ਤੁਸੀਂ ਪੇਮੈਂਟ ਵਾਪਸ ਕਰ ਰਹੇ ਹੋ, ਜਿਹੜੀ ਲਾਸਟ ਕਿਸ਼ਤ ਹੋਊਗੀ ਉਹ ਤੁਹਾਨੂੰ ਵੇਵ ਕਰ ਦਿੱਤੀ ਜਾਂਦੀ ਹੈਗੀ। ਮੀਨਸ ਜਿੰਨਾ ਪੈਸਾ ਤੁਸੀਂ ਬੈਂਕ ਦਾ ਦੇਣਾ ਉਨਾ ਹੀ ਦੇਣਾ ਪੈਂਦਾ ਹੈਗਾ। ਰੇਟ ਆਫ ਇੰਟਰਸਟ ਬਿਲਕੁਲ ਜ਼ੀਰੋ ਹੀ ਹੋ ਜਾਂਦਾ ਹੈਗਾ। ਦੂਸਰੇ ਸਾਡੇ ਕੋਲ ਹੈਗੇ ਨੇ ਕਮਰਸ਼ੀਅਲ ਬੈਂਕ। ਕਮਰਸ਼ੀਅਲ ਬੈਂਕ ਮੀਨਸ ਜਿਹੜੇ ਰਜਿਸਟਰਡ ਬੈਂਕ ਨੇ, ਜਿਹਨੂੰ ਅਸੀਂ ਪਬਲਿਕ ਅੰਡਰਟੇਕਿੰਗ ਬੈਂਕ ਕਹਿ ਸਕਦੇ ਹਾਂ, ਜਿਵੇਂ ਕਿ SBI, ਬੈਂਕ ਆਫ ਇੰਡੀਆ, PNB ਪੰਜਾਬ ਨੈਸ਼ਨਲ ਬੈਂਕ ਹੋ ਗਿਆ, ਬੈਂਕ ਆਫ ਬੜੌਦਾ ਹੋ ਗਿਆ। ਇਹ ਸਾਰੇ ਬੈਂਕ ਇਕਨੋਮੀ ਦੇ ਵਿੱਚ ਸੇਵਿੰਗ ਪਲੱਸ ਕ੍ਰੈਡਿਟ ਦਾ ਦੋਨੋਂ ਤਰ੍ਹਾਂ ਦੇ ਕੰਮ ਕਰ ਰਹੇ ਹੈਗੇ ਨੇ। ਜਿਨ੍ਹਾਂ ਨੂੰ ਪਰਸਨ ਨੂੰ ਪੈਸੇ ਡਿਪੋਜ਼ਿਟ ਕਰਨਾ ਨੇ ਉਹ ਜਮ੍ਹਾਂ ਵੀ ਕਰ ਸਕਦੇ ਨੇ, ਪਲੱਸ ਜਿਨ੍ਹਾਂ ਨੂੰ ਲੋਨ ਵਗੈਰਾ ਦੀ ਲੋੜ ਹੈਗੀ ਹੈ ਉਹ ਬੈਂਕਾਂ ਤੋਂ ਇਜ਼ੀਲੀ ਬੇਸ ਨਾਲ ਲੋਨ ਵੀ ਲੈ ਸਕਦੇ ਹੈਗੇ ਨੇ। ਕਮਰਸ਼ੀਅਲ ਬੈਂਕ ਇਹ ਕੰਮ ਵੀ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਨੇ। ਉਸ ਤੋਂ ਬਾਅਦ ਸੈਂਟਰਲ ਐਂਡ ਸਟੇਟ ਗਵਰਨਮੈਂਟਸ, ਸੈਂਟਰਲ ਪਲੱਸ ਸਟੇਟ ਗਵਰਨਮੈਂਟਸ ਮਿਲ ਕੇ ਅਗਰ ਕੋਈ ਸੰਸਥਾਨ ਚਲਾਉਣੀ ਜਾਂਦੀਆਂ ਨੇ ਜਾਂ ਫਿਰ ਖੁਦ ਆਪਣੇ ਵੱਲੋਂ ਕੁਝ ਨਾ ਕੁਝ ਸਕੀਮਸ ਲਗਾ ਲੈਂਦੇ ਨੇ ਮਾਰਕੀਟ ਦੇ ਵਿੱਚ। ਤੁਹਾਡੇ ਪੈਸੇ ਜਦੋਂ ਤੁਹਾਨੂੰ ਰਿਕੁਆਇਰਮੈਂਟ ਹੁੰਦੀ ਤੁਹਾਨੂੰ ਮੋੜ ਦਿੰਦੇ ਹੈਗੇ ਨੇ। ਇਦਾਂ ਦੀ ਸਕੀਮਸ ਵੀ ਮਾਰਕੀਟ ਦੇ ਵਿੱਚ ਚੱਲਦੀਆਂ ਹੈਗੀਆਂ ਨੇ। ਇਹ ਵੀ ਮਨੀ ਮਾਰਕੀਟ ਇੰਸਟਰੂਮੈਂਟਸ ਦਾ ਕੰਮ ਕਰਦੀਆਂ ਨੇ ਜਦੋਂ ਪੈਸੇ ਦੀ ਲੋੜ ਹੈ। ਜਿਵੇਂ ਐਗਜ਼ਾਮਪਲ ਕਿ ਸੈਂਟਰਲ ਵੱਲੋਂ ਸਕੀਮ ਚੱਲ ਰਹੀ ਹੈ ਕਿ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ, 12 ਰੁਪਏ ਵਾਲੀ ਹੈ ਜਾਂ 330 ਰੁਪਏ ਵਾਲੀ ਹੈ। ਜਦੋਂ ਬਾਈ ਦਾ ਅਗਰ 12 ਵਾਲੀ ਇੰਸ਼ੋਰੈਂਸ ਕਰਵਾਈ ਹੈ, ਐਕਸੀਡੈਂਟਲ ਡੈਥ ਹੋਊਗੀ ਤਾਂ ਕੋਈ 2 ਲੱਖ ਰੁਪਏ ਹੈਗੇ ਹੈ। ਉਸ ਤੋਂ ਬਾਅਦ ਅਗਰ 330 ਵਾਲੀ ਕਰਵਾਈ ਹੈ, ਨਾਰਮਲ ਡੈਥ ਹੋਵੇ, ਐਕਸੀਡੈਂਟਲ ਡੈਥ ਹੋਵੇ ਤਾਂ ਵੀ 2 ਲੱਖ ਰੁਪਏ ਮਿਲਨੇ ਹੈਗੇ। ਨਾਰਮਲ ਬੰਦੇ ਲਾਈਫ ਦੇ ਅਕੋਰਡਿੰਗ ਅਸੀਂ ਮਲਟੀਪਲਾਈ ਕਰੀਏ ਉਹਨਾਂ ਪੈਸਾ ਨਹੀਂ ਜਾਣਾ ਬੈਂਕਾਂ ਨੂੰ, ਲੇਕਿਨ ਦੋਸਤੀ ਸਿਕਿਉਰਿਟੀ ਬੇਸ ਤੇ ਕੰਮ ਹੋ ਜਾਊਗਾ। ਇੱਕ ਮਨੀ ਮਾਰਕੀਟ ਬੈਂਕਾਂ ਕੋਲ ਪੈਸਾ ਇਕੱਠਾ ਹੋਊਗਾ, ਉਹੀ ਪੈਸਾ ਮਾਰਕੀਟ ਦੇ ਵਿੱਚ ਲੱਗਦਾ ਚਲਾ ਜਾਊਗਾ। ਫਿਰ ਹੈਗਾ ਪਬਲਿਕ ਸੈਕਟਰ ਅੰਡਰਟੇਕਿੰਗਸ। ਪਬਲਿਕ ਸੈਕਟਰ ਅੰਡਰਟੇਕਿੰਗ ਕੁਝ ਇਦਾਂ ਦੇ ਸੰਸਥਾਨ ਜਿਹੜੇ ਗਵਰਨਮੈਂਟ ਵੱਲੋਂ ਹੀ ਸੈਟਅਪ ਕਰੇ ਗਏ ਹੋਣਗੇ, ਜਿਹੜੇ ਸਿਰਫ ਪਬਲਿਕ ਦੇ ਬੈਨੀਫਿਟ ਲਈ ਹੀ ਕੰਮ ਕਰਦੇ ਹੈਗੇ। ਜਿਵੇਂ ਮੈंने एग्जांपल ਗਈ ਵੀ ਕੁਝ ਪ੍ਰਾਈਵੇਟ ਸੈਕਟਰ ਬੈਂਕ ਸਟਾਰਟ ਕਰਤੇ, HDFC ਹੋ ਗਿਆ, ਐਕਸਿਸ ਹੋ ਗਿਆ, ICICI ਹੋ ਗਿਆ, ਜਾਂ ਫਿਰ IDBI ਸਰਕਾਰੀ ਵੀ ਹੋ ਗਿਆ, IDBI ਹੋ ਗਿਆ, SIDBI ਹੋ ਗਿਆ, ਜਾਂ ਕੁਝ ਹੋਰ ਸੰਸਥਾਨ ਜੋ ਗਵਰਨਮੈਂਟ ਦੇ ਅਕੋਰਡਿੰਗ ਹੀ ਚੱਲ ਰਹੇ ਨੇ, ਜੋ ਲੋਕਾਂ ਦੇ ਬੈਨੀਫਿਟ ਲਈ ਹੀ ਚੱਲੇ ਹੋਏ ਨੇ। ਐਗਜ਼ਾਮਪਲ ਨਵਾਂ ਬੈਂਕ ਦੇਖੀ ਸ਼ਾਇਦ ਮੈਂ ਵੀ ਤੁਸੀਂ ਬੰਧਨ ਬੈਂਕ ਵੀ ਸੁਣਿਆ ਹੋਊਗਾ। ਇਹ ਬੈਂਕ ਵੀ ਮਾਰਕੀਟ 'ਚ ਕੰਮ ਕਰ ਰਹੇ ਨੇ ਜੋ ਲੋਕਾਂ ਦੇ ਬੈਨੀਫਿਟ ਲਈ ਹੋਣਗੇ। ਜਿਨ੍ਹਾਂ ਨੂੰ ਲੋਨ ਤੇ ਪੈਸੇ ਚਾਹੀਦੇ ਨੇ ਲੋਨ ਵੀ ਇਜ਼ੀਲੀ ਵੈਸੇ ਮਿਲ ਜਾਣਗੇ। ਅੱਜ ਕੱਲ ਦੇ ਤਾਂ ਬਹੁਤ ਸਾਰੀ ਫੈਸਿਲਿਟੀਜ਼ ਹੋ ਗਈਆਂ, ਛੋਟੇ ਫਾਈਨਾਂਸ ਵੀ ਸ਼ੁਰੂ ਹੋ ਗਏ, ਜਿਵੇਂ ਕਿ ਬਜਾਜ ਫਾਈਨਾਂਸ, ਹੋਮ ਕ੍ਰੈਡਿਟ, IDFCs। ਇਹ ਮਾਰਕੀਟ ਦੇ ਵਿੱਚ ਵੀ ਕੰਮ ਕਰ ਰਹੇ ਨੇ। ਤੁਸੀਂ ਇਜ਼ੀਲੀ ਵੈਸੇ ਕੋਈ ਵੀ ਚੀਜ਼ ਲੈਣੀ ਹੈ ਫਾਈਨਾਂਸ ਕਰਾ ਕੇ ਤੁਸੀਂ ਮਾਰਕੀਟ 'ਚੋਂ ਲੈ ਸਕਦੇ ਹੋ। ਪ੍ਰਾਈਵੇਟ ਸੈਕਟਰ ਕੰਪਨੀਜ਼, ਕੁਝ ਇਦਾਂ ਦੀ ਪ੍ਰਾਈਵੇਟ ਕੰਪਨੀਜ਼ ਜੋ ਗਵਰਨਮੈਂਟ ਤੋਂ ਰਜਿਸਟ੍ਰੇਸ਼ਨ ਲੈ ਕੇ ਹੀ ਮਾਰਕੀਟ 'ਚ ਆਉਂਦੇ ਨੇ, ਉਹ ਕੰਪਨੀਜ਼ ਵੀ ਮਾਰਕੀਟ 'ਚ ਕੰਮ ਕਰ ਰਹੀਆਂ। ਟਾਟਾ ਬਿਰਲਾ ਹੋ ਗਈ, ਸਨ ਲਾਈਫ ਹੋ ਗਈ, ਜਾਂ ਫਿਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਕੰਪਨੀਜ਼ ਆਈਆਂ। ਅਗਰ ਇਹਦੇ ਵਿੱਚ ਤੁਸੀਂ ਪੈਸੇ ਇਨਵੈਸਟਮੈਂਟ ਕਰਦੇ ਹੋ, ਬਾਈ ਦਾ ਵੀ ਕੋਈ ਪ੍ਰੋਬਲਮਸ ਆਉਂਦੀਆਂ ਤਾਂ ਗਵਰਨਮੈਂਟ ਉਹਦੇ ਵਿੱਚ ਜ਼ਿੰਮੇਵਾਰੀ ਲੈਂਦੀ ਕਿ ਤੁਹਾਡੇ ਪੈਸੇ ਵਾਪਸ ਹੁੰਦੇ ਹੀ ਹੁੰਦੇ ਨੇ। ਪ੍ਰਾਈਵੇਟ ਸੰਸਥਾਨ ਵੀ ਮਾਰਕੀਟ 'ਚ ਕੰਮ ਕਰ ਰਹੇ ਨੇ। ਨੌਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਉਹ ਸੰਸਥਾਨ ਜਿਹੜੀਆਂ ਬੈਂਕਿੰਗ ਦਾ ਕੰਮ ਨਹੀਂ ਕਰਦੀਆਂ, ਮੀਨਸ ਲੋਕਾਂ ਤੋਂ ਪੈਸੇ ਜਮ੍ਹਾਂ ਕਰਾ ਕੇ ਫੇਰ ਲੋਨ ਦਿੰਦੇ ਨੇ। ਕੁਝ ਇਦਾਂ ਦੀਆਂ ਕੰਪਨੀਜ਼ ਜਿਹੜੀਆਂ
ਪੈਸਾ ਲੋਕਾਂ ਤੋਂ ਜਮ੍ਹਾਂ ਨਹੀਂ ਕਰਵਾਉਂਦੀਆਂ, ਡਾਇਰੈਕਟ ਤੁਹਾਨੂੰ ਲੋਨ ਪ੍ਰੋਵਾਈਡ ਕਰਦੀਆਂ ਹੈਗੀਆਂ। ਜਿਵੇਂ ਐਗਜ਼ਾਮਪਲ ਦੇਖੀਏ ਅੱਜ ਇੰਡੋਸਇੰਡ ਬੈਂਕ ਹੈ, ਇਹਦੇ ਵਿੱਚ ਮੋਸਟਲੀ ਕੀ ਹੈ, ਲੋਨ ਦਾ ਹੀ ਕੰਮ ਚੱਲ ਰਿਹਾ ਹੈਗਾ। ਜੋ ਵੀ ਪਰਸਨ ਨੇ ਕੋਈ ਵੀ ਚੀਜ਼ ਖਰੀਦਣੀ ਹੈ, ਤੁਸੀਂ ਲੋਨ ਲਓ, ਤੁਹਾਡੀ ਜਗ੍ਹਾ ਤੇ ਇਨਵੈਸਟਮੈਂਟ ਬੈਂਕ ਕਰ ਰਹੇ हैं, ਤੁਸੀਂ बैंक ਨੂੰ ਬਾਅਦ 'ਚ ਪੈਸੇ ਵਾਪਸ करते चले जाओगे। बजाज फाइनेंस हो गया, IDFC हो गया, पेटीएम पेमेंट्स बैंक हो गया, एयरटेल पेमेंट्स बैंक हो गया, ये ज़्यादातर बैंक की कारण ने ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰ ਰਹੇ ਨੇ ਕ੍ਰੈਡਿਟ ਦੀਆਂ। ਤੁਸੀਂ ਪੈਸੇ ਯੂਜ਼ ਕਰੋ ਔਰ ਕਿਸ਼ਤਾਂ ਦੇ ਉੱਪਰ ਤੁਸੀਂ ਪੈਸੇ ਵਾਪਸ ਕਰ ਸਕਦੇ ਹੈਗੇ। ਰੇਟ ਆਫ ਇੰਟਰਸਟ ਤਾਂ ਚਲੋ ਜ਼ਿਆਦਾ ਹੁੰਦੀ ਹੈ, लेकिन बेनिफिट लोगों को इजीली बहुत मिलता ज्यादा है। होती है इन सब ये सब। तो उसके बाद है म्यूचुअल फंड। म्यूचुअल फंड मीन्स मार्केट में ये भी एक पैसा चल रहा है कि लोग जो इन्वेस्टमेंट करना चाहते हैं इन्वेस्टमेंट कर सकते हैं, वो पैसा जाता है। ऐसा तो नहीं है कि पैसा आपका कहीं चला जाएगा, वही पैसा मार्केट में इकोनॉमी जिन जिन बिजनेस में रिक्वायरमेंट है वही पैसा बिजनेस में इन्वेस्टमेंट होता चला जाता है। इंश्योरेंस कंपनीज, सबसे बड़ी इंश्योरेंस कंपनी जैसे हम बोले कि LIC, ये इकोनॉमी में सबसे बड़ा काम है। लोगों का पैसा जमा करवा के टाइम पर जब लोगों की टाइम पीरियड खत्म होता है तो उतना पैसा बेनिफिट में देती है। इसके अलावा इंश्योरेंस में बहुत सारी सर्विसेज लोगों को मिल रही हैं। कोई एक प्रकार की इंश्योरेंस तो होती नहीं है, डिफरेंट टाइप्स ऑफ इंश्योरेंस हैं जिसमें आप पैसा इन्वेस्टमेंट कर सकते हैं और अपने फ्यूचर को सेव करके चलना चाहें तो वो सेव भी कर सकते हैं। फिर आते हैं फंक्शन ऑफ मनी मार्केट। जितनी भी मनी, ये हमारी इकोनॉमी में जो मनी मार्केट शॉर्ट टर्म में काम कर रही है, इसके क्या क्या काम होंगे। सबसे पहले फाइनेंसिंग ट्रेड, जहां जहां पे पैसे की रिक्वायरमेंट है व्यापार में, वहां पे पैसा पहुंचाते चले जाएगी, ये मनी मार्केट है। ऐसा नहीं है कि आपको पैसे की जरूरत है और आपके पास सोर्स ही खत्म होंगे। पहले टाइम होते थे कि पैसे की जरूरत है तो हम कहाँ से लेके आएंगे, बहुत सारे बर्डन, बहुत सारे लोग इस चीज में अपने आप को ही खत्म कर लेते। बहुत सारी प्रॉब्लम्स आते थे कि पैसा कहीं पे दे नहीं पाएंगे, ना फिर कहीं से सोर्स नहीं मिलेगा, रिश्तेदार ने देना नहीं, ये नहीं देना। आजकल आपको किसी के ऊपर डिपेंड होने की जरूरत नहीं है। आपका अच्छा व्यवहार है, अच्छा रवैया है तो आपको इजीली बेस पे फाइनेंस मिलता है, कहीं से भी आप ले सकते हैं। डिपेंड करता है कि आपकी क्रेडिबिलिटी कैसे हिसाब से है। पैसा आपने कहीं से लिया था, अगर टाइम से वापिस किया तो नेक्स्ट टाइम आपको सोचना नहीं पड़ेगा आपको पैसा कहाँ से। खुद बैंक वाले आपको पैसा देने के लिए रेडी खड़े हैं। फाइनेंशियल इंस्टीट्यूशंस हो गई, प्राइवेट संस्थान होंगे, खुद आपको पैसा देने के लिए रेडी हैं। आपको खुद बोलते हैं कि आज के टाइम जैसे देखा है, मिन्नतें करते हैं क्रेडिट कार्ड लेने के लिए, क्रेडिट कार्ड ले लो, बहुत कॉल करेंगे। जिनकी अच्छी सैलरी आ रही है, या जिसका पहले से ही कुछ दिखता है उनको कोई अच्छी जगह पे बंदा लगा हुआ है, तो उसको क्रेडिट कार्ड देने के लिए बैंक वाले खुद भागते हैं। पहले बैंक में खुद जाना पड़ता था क्रेडिट कार्ड इशू कराने के लिए, उनकी मिन्नतें तक करनी पड़ती थी। अभी आपने लोन लेना है, अच्छी अच्छी कंपनीज आपको मैसेज करती रहेंगी, कॉल भी आपको आती रहेंगी। एक बार कहीं पर भी आप पॉलिसी बाजार पे ऐसे हो, कुछ भी कर लीजिए, आपको बोले लोन चाहिए, पता नहीं कितनी कंपनियों के आपको कॉल आएंगी। डिपेंड करते हैं कि हाँ आपकी नेटवर्थ अच्छी है ही नहीं तो फिर भी कुछ नहीं मिलने वाला। ये भी आपकी मार्केट में बेनिफिट है। दूसरा, सेंट्रल बैंक पॉलिसीज। मनी मार्केट में एक ये भी फंक्शन है कि सेंट्रल बैंक पॉलिसी, ये सारे जो मनी मार्केट में काम हो रहे हैं सेंट्रल बैंक की पॉलिसी के अंदर ही होते हैं। मीन्स RBI ने जो रूल बनाए हुए उसके अकॉर्डिंग ही सारे काम होंगे। ऐसा नहीं है कि कोई भी बैंक आएगा रजिस्ट्रेशन करवाने के बाद अपनी मनमर्जी से काम करेगा। आपके साथ कोई भी किसी प्रकार की धोखाधड़ी नहीं हो सकती अगर आपने रजिस्टर्ड सेंटर से ही कोई पैसा लिया हुआ है। ग्रोथ ऑफ इंडस्ट्रीज, जितनी भी हमारी इंडस्ट्रीज की ग्रोथ डिपेंड करती है वो मनी मार्केट के ऊपर, क्योंकि जो जो इंडस्ट्रीज को जब जब पैसे की जरूरत होगी वो पैसा कहाँ से आएगा, मनी मार्केट से आएगा, तभी इकोनॉमी से आगे जाती है। जैसे अभी आया था अभी पीछे, कोई भी बंदा चाहे अपना बिजनेस करना चाहता है, छोटा सा बिजनेस, उनको 10,000 तक का लोन, अगर कोई पर्सन उसको थोड़ा सा अच्छा बिजनेस करना चाहता है 50,000 तक का लोन बैंक खुद प्रोवाइड कर रहे हैं, विदाउट सिक्योरिटी प्रोवाइड कर रहे हैं। कमर्शियल बैंक एज ए सेल्फ सेटिस्फैक्शन, कई बार कमर्शियल बैंक अपने आपकी सेल्फ सफिशिएंसी बेस पे भी आपको पैसा दे सकते हैं। उनको लगता है कि हाँ ये कस्टमर वाले भी अच्छे हैं तो आपको लोन दे सकते हैं। लास्ट में इसी साल में आया था कुछ बैंकों के लिए, अपने लॉयल कस्टमर्स को आप अगर लोन देना चाहें, स्पेशली 15-15 हज़ार का था, 49 हज़ार के लिए भी आया था। अगर आपको लगता है कि आपके कुछ कस्टमर लॉयल हैं जो पैसे वापस कर सकते हैं विदाउट प्रूफ, विदाउट सिक्योरिटी, आप उनको लोन दे दीजिए। बहुत जिनके अच्छे लगते थे, शायद बैंकों से कॉल भी आई थी, अगर आपने लोन लेना तो ले लीजिए 49,000 रुपये का लोन विदाउट सिक्योरिटी से। किसी की कोई गारंटी डलवाने की जरूरत नहीं है, कुछ करने की जरूरत नहीं है, तो ये काम भी इकोनॉमी में चल जाता है। ये था आपका टॉपिक मनी मार्केट का। बाकी वाला टॉपिक हम लोग कल के